ਤੇ ਅਸੀਂ ਚਰਚਾ ਦੀ ਸ਼ੁਰੂਆਤ ਕਰੀਏ ਪਰ ਉਸ ਤੋਂ ਪਹਿਲਾਂ ਸਾਡਾ ਅੱਜ ਦਾ ਸਵਾਲ ਜੋ ਅਸੀਂ ਆਪਣੇ ਦਰਸ਼ਕਾਂ ਨੂੰ ਪੁੱਛ ਰਹੇ ਹਾਂ। ਸਾਡਾ ਅੱਜ ਦਾ ਸਵਾਲ ਹੈ ਕਿ ਸੂਬਿਆਂ ਨੂੰ ਵੱਧ ਅਧਿਕਾਰ ਦੇ ਕੇ ਮਸਲੇ ਦਾ ਨਿਬੇੜਾ ਹੋ ਸਕਦਾ ਹੈ ਕਿ ਜੇਕਰ ਸਟੇਟ ਗਵਰਨਮੈਂਟਸ ਨੂੰ ਅਧਿਕਾਰ, ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਸੀ, ਕਿਉਂਕਿ ਬਹੁਤ ਸਾਰੇ ਜਿਹੜੇ ਸਿਆਸੀ ਮਾਹਰ ਨੇ ਜਾਂ ਫਿਰ ਜਿਹੜੇ ਇਸ ਸਮੇਂ ਕਿਸਾਨੀ ਮੁੱਦੇ ਨੂੰ ਸਮਝ ਰਹੇ ਨੇ, ਉਹਨਾਂ ਦੇ ਵੱਲੋਂ ਇੱਕ ਇਹ ਵੀ ਆਪਸ਼ਨ ਦਿੱਤੀ ਜਾ ਰਹੀ ਹੈ ਕਿ ਜਾਂ ਤਾਂ ਤੁਸੀਂ ਕਾਨੂੰਨਾਂ ਨੂੰ ਸਸਪੈਂਡ ਕਰ ਦਿਓ, ਕਿਸਾਨਾਂ ਨਾਲ ਗੱਲਬਾਤ ਕਰਕੇ ਮੁੜ ਤੋਂ ਇਸ ਦੇ ਉੱਤੇ ਗੱਲਬਾਤ ਕਰੋ ਕਿ ਉਹ 3 ਮਹੀਨੇ ਜਾਂ ਸਾਲ ਦੇ ਲਈ ਸਸਪੈਂਡ ਹੋਵੇ। ਜਿਹੜੇ ਖੇਤੀਬਾੜੀ ਮਾਹਰ ਨੇ ਉਹ ਜ਼ਿਕਰ ਕਰਦੇ ਨੇ। ਇੱਕ ਹੋਰ ਵੀ ਆਪਸ਼ਨ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਅਧਿਕਾਰਾਂ ਦਾ ਗੱਲ ਹੋ ਰਹੀ ਹੈ। ਕਿਸਾਨ ਕਹਿ ਰਹੇ ਨੇ ਕਿ ਇਹ ਤਾਂ ਸੂਬੇ ਦੇ ਅਧਿਕਾਰਾਂ ਦੇ ਉੱਤੇ ਸੱਟ ਮਾਰੀ ਜਾ ਰਹੀ ਹੈ, ਇਸ ਕਰਕੇ ਵੀ ਅਸੀਂ ਇਹ ਕਾਨੂੰਨਾਂ ਨੂੰ ਰੱਦ ਕਰਵਾਉਣਾ ਚਾਹੁੰਦੇ ਹਾਂ। ਤਾਂ ਕਈ ਮਾਹਰ ਇਹ ਵੀ ਕਹਿ ਰਹੇ ਨੇ ਕਿ ਇੱਕ ਆਪਸ਼ਨ ਇਹ ਵੀ ਹੋ ਸਕਦਾ ਹੈ ਕਿ ਜੇ ਕਾਨੂੰਨ ਰੱਦ ਨਾ ਕੀਤੇ ਜਾਣ ਤੇ ਸੂਬਿਆਂ ਨੂੰ ਅਧਿਕਾਰ ਦੇ ਦਿੱਤਾ ਜਾਵੇ ਕਿ ਤੁਸੀਂ ਕਾਨੂੰਨ ਲਾਗੂ ਕਰਨੇ ਨੇ ਜਾਂ ਨਹੀਂ ਕਰਨੇ, ਤੁਹਾਡੇ ਹੱਥ ਦੇ ਵਿੱਚ ਹੈ। ਤਾਂ ਕੀ ਇਹ ਇੱਕ ਆਪਸ਼ਨ ਹੋ ਸਕਦਾ ਹੈ? ਸਾਡਾ ਅੱਜ ਦਾ ਸਵਾਲ ਹੈ ਤੁਹਾਡੀ ਟੀਵੀ ਸਕਰੀਨ ਦੇ ਉੱਤੇ। ਮੈਂ ਇੱਕ ਵਾਰ ਫਿਰ ਤੋਂ ਦੁਹਰਾਉਣਾ, ਮੈਂ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਕਿ ਆਖਿਰ ਇਸ ਦਾ ਮਤਲਬ ਕੀ ਹੋਏਗਾ। ਸਵਾਲ ਹੈ ਕਿ ਸੂਬਿਆਂ ਨੂੰ ਵੱਧ ਅਧਿਕਾਰ ਦੇ ਕੇ ਕਿ ਮਸਲੇ ਦਾ ਨਿਬੇੜਾ ਹੋ ਸਕਦਾ ਹੈ, ਇਸ ਰੇੜਕੇ ਨੂੰ ਖਤਮ ਕੀਤਾ ਜਾ ਸਕਦਾ ਹੈ ਕਿ ਸੂਬਾ ਸਰਕਾਰਾਂ ਦੇ ਉੱਤੇ ਛੱਡ ਦਿੱਤਾ ਜਾਵੇ ਕਿ ਪੰਜਾਬ ਸਰਕਾਰ ਤੇ ਛੱਡ ਦਿੱਤਾ ਕਿ ਉਹਨਾਂ ਕਾਨੂੰਨ ਨੂੰ ਲਾਗੂ ਕਰੇ ਜਾਂ ਨਾ ਕਰੇ। ਹਰਿਆਣਾ ਸਰਕਾਰ ਦੇ ਉੱਤੇ ਛੱਡ ਦਿੱਤਾ ਕਿ ਕਾਨੂੰਨ ਲਾਗੂ ਕਰੇ ਜਾਂ ਨਾ ਕਰੇ। ਹਰ ਸਟੇਟ ਦੀ ਗਵਰਨਮੈਂਟ ਦੇ ਉੱਤੇ, ਉਹ ਯੂਪੀ ਹੈ, ਬਿਹਾਰ ਹੈ, ਮੱਧ ਪ੍ਰਦੇਸ਼ ਹੈ, ਰਾਜਸਥਾਨ ਹੈ, ਜਾਂ ਕੋਈ ਵੀ ਸਟੇਟ ਹੈ, ਕੋਈ ਵੀ ਗਵਰਨਮੈਂਟ ਹੈ, ਉਹਨਾਂ ਦੇ ਉੱਤੇ ਛੱਡ ਦਿੱਤਾ ਜਾਵੇ ਕਿ ਠੀਕ ਹੈ। ਐਗਰੀਕਲਚਰ ਦਾ ਇਹ ਟੌਪਿਕ ਕਿਹਾ ਜਾਂਦਾ ਹੈ ਕਿ ਕਿਸਾਨ ਲਗਾਤਾਰ ਕਹਿ ਰਹੇ ਨੇ ਕਿ ਸੂਬਾ ਸਰਕਾਰ ਦਾ ਇਸ ਦੇ ਉੱਤੇ ਅਧਿਕਾਰ ਹੈ, ਇਹ ਪੂਰਾ ਅਧਿਕਾਰ ਖੇਤਰ ਸੂਬਾ ਸਰਕਾਰ ਦਾ ਹੋਣਾ ਚਾਹੀਦਾ ਹੈ ਤਾਂ ਕਿ ਇਸ ਦੇ ਉੱਤੇ ਅਧਿਕਾਰ ਸੂਬਾ ਸਰਕਾਰ ਨੂੰ ਦੇ ਕੇ ਇਸ ਪੂਰੇ ਰੇੜਕੇ ਦਾ ਨਿਬੇੜਾ ਹੋ ਸਕਦਾ। ਤੁਸੀਂ ਆਪਣੀ ਰਾਏ ਸਾਡੇ ਤੱਕ ਭੇਜੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਹਾਂ ਇਹ ਇੱਕ ਆਪਸ਼ਨ ਹੋ ਸਕਦੀ ਹੈ ਤਾਂ ਇਸ ਦੇ ਲਈ ਤੁਸੀਂ ਟਾਈਪ ਕਰੋ News18 ਸਪੇਸ ਦੇ ਕੇ PHH ਸਪੇਸ ਦੇ ਕੇ ਬਾਈ। ਜੇਕਰ ਤੁਹਾਨੂੰ ਲੱਗਦਾ ਹੈ ਕਿ ਨਹੀਂ ਇਹ ਆਪਸ਼ਨ ਨਹੀਂ ਹੋ ਸਕਦੀ ਤਾਂ ਫਿਰ ਟਾਈਪ ਕਰੋ News18 ਸਪੇਸ ਦੇ ਕੇ PHH ਸਪੇਸ ਦੇ ਕੇ, ਇਸ ਨੂੰ ਭੇਜ ਦਿਓ 56677 ਦੇ ਉੱਤੇ। ਪ੍ਰੋਗਰਾਮ ਦੇ ਆਖਿਰ ਦੇ ਵਿੱਚ ਅਸੀਂ ਤੁਹਾਡੀ ਰਾਏ ਦਰਸ਼ਕਾਂ ਦੇ ਨਾਲ ਸਾਂਝੀ ਕਰਾਂਗੇ। ਤਾਂ ਅਸੀਂ ਆਪਣੀ ਅੱਜ ਦੀ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਇਸ ਸਮੇਂ ਸਾਡੇ ਨਾਲ ਜਿਹੜੇ ਮਹਿਮਾਨ ਜੁੜ ਰਹੇ ਨੇ, ਸਭ ਤੋਂ ਪਹਿਲਾਂ ਉਹਨਾਂ ਦੇ ਨਾਲ ਤਾਰੂਫ ਤੁਹਾਡਾ ਕਰਵਾ ਦਈਏ। ਸਾਡੇ ਨਾਲ ਇਸ ਸਮੇਂ ਜੁੜ ਰਹੇ ਨੇ ਸੁਰਜੀਤ ਸਿੰਘ ਸਵੈਜ ਜੀ ਜੋ ਕਿ ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ। ਸਾਡੇ ਨਾਲ ਚਰਨਜੀਤ ਸਿੰਘ ਬਰਾੜ ਜੁੜ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਨਗੇ। ਬਰਾੜ ਸਾਹਿਬ ਤੁਹਾਡਾ ਵੀ ਸਵਾਗਤ ਹੈ, ਸਵੈਜ ਜੀ ਤੁਹਾਡਾ ਵੀ ਸਵਾਗਤ ਹੈ। ਕੁਝ ਹੀ ਸਮੇਂ ਦੇ ਵਿੱਚ ਸਾਡੇ ਨਾਲ ਹਰਜੀਤ ਸਿੰਘ ਗਰੇਵਾਲ ਜੀ ਜੁੜਨਗੇ, ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ, ਤੇ ਸਾਡੇ ਨਾਲ ਰਜਿੰਦਰ ਸਿੰਘ ਜੀ ਜੁੜਨਗੇ, ਕਿਸਾਨ ਆਗੂ ਨੇ, ਨੌਜਵਾਨ ਕਿਸਾਨ ਆਗੂ ਨੇ, ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ। ਸ਼ੁਰੂਆਤ ਕਰਦੇ ਹਾਂ ਸਵੈਜ ਸਾਹਿਬ ਤੁਹਾਡੇ ਤੋਂ। ਇਸ ਸਮੇਂ ਪੰਜਾਬ ਸਰਕਾਰ ਕੀ ਸੋਚ ਰਹੀ ਹੈ? ਪਹਿਲਾਂ ਤਾਂ ਉਹ ਲੋਕਾਂ ਨੂੰ ਦੱਸੋ ਕਿ ਪੰਜਾਬ ਸਰਕਾਰ ਦੀ ਭੂਮਿਕਾ, ਆਪਣੀ ਭੂਮਿਕਾ ਨੂੰ ਸਰਕਾਰ ਕਿਵੇਂ ਦੇਖ ਰਹੀ ਹੈ। ਸਵਾਲ ਇਸ ਕਰਕੇ ਵੀ ਹੈ ਕਿਉਂਕਿ ਗੱਲਾਂ ਇਸ ਸਮੇਂ ਇਹ ਵੀ ਚੱਲ ਰਹੀਆਂ ਨੇ ਕਿ ਜੇ ਸਰਕਾਰ ਦੇ ਉੱਤੇ ਆ ਕੇ ਪਾ ਦਿੱਤਾ ਜਾਵੇ ਤਾਂ ਇੱਕ ਆਪਸ਼ਨ ਹੋ ਸਕਦਾ। ਮੈਂ ਉਸ ਤੇ ਉੱਤੇ ਬਾਅਦ ਚ ਆਉਣਾ, ਪਰ ਪਹਿਲਾ ਸਵਾਲ ਕਿ ਪੰਜਾਬ ਸਰਕਾਰ ਆਪਣੇ ਆਪ ਨੂੰ ਇਸ ਸਮੇਂ ਕਿਹੜੀ ਭੂਮਿਕਾ 'ਚ ਖੜੀ ਪਾ ਰਹੀ ਹੈ? ਕਿਸਾਨ ਆਗੂ ਕਹਿੰਦੇ ਨੇ ਜਾਂ ਫਿਰ ਮਾਹਰ ਕਹਿੰਦੇ ਨੇ ਕਿ ਪੰਜਾਬ ਸਰਕਾਰ ਜਾ ਕੇ ਪ੍ਰਧਾਨ ਮੰਤਰੀ ਨਾਲ ਗੱਲ ਕਿਉਂ ਨਹੀਂ ਕਰਦੀ? ਗੌਰਵ ਜੀ, ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਹੈਗੀ ਹੈ। ਪੰਜਾਬ ਸਰਕਾਰ ਚਾਹੁੰਦੀ ਹੈਗੀ ਹੈ ਕਿ ਇਹ ਤਿੰਨੇ ਕਾਲੇ ਕਾਨੂੰਨ ਵਾਪਸ ਲਏ ਜਾਣ, ਪਹਿਲੀ ਆਪਸ਼ਨ। ਦੂਜੀ ਆਪਸ਼ਨ ਹੈਗੀ ਹੈ ਜਿਵੇਂ ਤੁਸੀਂ ਕਿਹਾ ਕਿ ਜਿਵੇਂ ਕਿ ਸਰਕਾਰਾਂ ਨੂੰ, ਜਿਹੜੇ ਸੂਬਾ ਸਰਕਾਰਾਂ ਨੂੰ ਵੱਧ ਅਧਿਕਾਰ ਦਿੱਤੇ ਜਾਣ। ਇਹ ਵੱਧ ਅਧਿਕਾਰ ਦਿੱਤੇ ਜਾਣ ਦੀ ਗੱਲ ਨਹੀਂ ਹੈਗੀ, ਅਧਿਕਾਰ ਹੀ ਸੂਬਾ ਸਰਕਾਰਾਂ ਦਾ ਹੈਗਾ ਕਿਉਂਕਿ ਜਿਹੜਾ ਖੇਤੀ ਦਾ ਸਬਜੈਕਟ ਹੈਗਾ, ਐਗਰੀਕਲਚਰ ਹੈਗੀ ਹੈ, ਇਹ ਸਟੇਟ ਸਬਜੈਕਟ ਹੈਗਾ। ਤੇ ਇਸੇ ਕਰਕੇ ਪਹਿਲਾਂ ਸਾਡੇ ਕੋਲ ਉਦਾਹਰਨ ਹੈਗੀ ਹੈ, ਜਿਹੜਾ APMC ਐਕਟ ਹੈਗੇ ਨੇ, ਉਹ ਕੇਂਦਰ ਸਰਕਾਰ ਨੇ ਮਾਡਲ ਐਕਟ ਬਣਾਤਾ ਸੀਗਾ, ਮਾਡਲ ਕਾਨੂੰਨ ਬਣਾ ਕੇ ਕਿ ਜਿਹੜੀਆਂ ਸਰਕਾਰਾਂ, ਸੂਬਾ ਸਰਕਾਰਾਂ ਬਣਾਉਣੇ ਚਾਹੁੰਦੇ ਨੇ ਆਪਦੇ ਹਿਸਾਬ ਨਾਲ ਉਹ ਬਣਾ ਲੈਣ, ਜਾਂ ਤਾਂ ਉਹਨੂੰ ਅਡਾਪਟ ਕਰ ਲੈਣ ਜਾਂ ਜਿਵੇਂ ਬਦਲ ਕੇ ਚੇਂਜ ਕਰਕੇ ਕੋਈ ਲਾਗੂ ਕਰਨਾ ਕਾਨੂੰਨ ਲਾਗੂ ਕਰ ਦੇਣ। ਇਸੇ ਤਰ੍ਹਾਂ ਅਗਰ ਸਰਕਾਰ ਕੱਲ ਨੂੰ, ਦੇਖੋ ਇੱਕ ਆਪਸ਼ਨ ਦੀ ਗੱਲ ਕਰ ਰਿਹਾ ਮੈਂ, ਹਾਲਾਂਕਿ ਕਿਸਾਨ ਤਾਂ ਜਿਹੜੇ ਹੈਗੇ ਉਹਨੂੰ, ਜਿਹੜੀ ਅਸੀਂ ਸਾਰੇ ਕਹਿ ਰਹੇ ਹਾਂ ਕਿ ਵਾਪਸ ਲਓ ਕਾਨੂੰਨ ਨੂੰ, ਰੱਦ ਕਰੋ, ਲੇਕਿਨ ਜਿਹੜੀ ਸੈਕੰਡ ਆਪਸ਼ਨ ਇਹ ਹੋ ਸਕਦੀ ਹੈ ਜੇ ਕੱਲ ਨੂੰ ਰਾਏ ਬਣੇ, ਇਸ ਤੇ ਕੰਸੈਂਸਸ ਬਣੇ ਕਿ ਕੇਂਦਰ ਇਹਨਾਂ ਕਾਨੂੰਨਾਂ ਨੂੰ ਮਾਡਲ ਲਾਅ ਦਾ ਰੂਪ ਦੇ ਦੇਗੇ। ਇਹ ਮਾਡਲ ਕਾਨੂੰਨ ਨੇ ਜੀ, ਸੂਬਾ ਸਰਕਾਰਾਂ ਦਾ ਅਧਿਕਾਰ ਹੈਗਾ, ਉਹ ਆਪਦੇ ਹਿਸਾਬ ਨਾਲ ਜੋ ਤਬਦੀਲੀਆਂ ਕਰਕੇ ਆਪਣੀ ਸਟੇਟ ਦੇ ਵਿੱਚ ਇਹਨਾਂ ਨੂੰ ਲਾਗੂ ਕਰਨਾ ਚਾਹੁੰਦੀਆਂ ਨੇ, ਉਹ ਆਪਣੀ ਵਿਧਾਨ ਸਭਾਵਾਂ ਦੇ ਵਿੱਚ ਇਹਨਾਂ ਐਕਟ ਦੀ ਕਾਨੂੰਨ ਦੀ ਆਪਣੇ ਮੁਤਾਬਕ ਅਮੈਂਡਮੈਂਟਸ ਕਰਕੇ ਉਹ ਲਾਗੂ ਕਰ ਦੇਣ। ਇਹ ਜਿਹੜੀ ਹੈਗੀ ਹੈ, ਉਸ ਤੋਂ ਬਾਅਦ ਜਿਹੜੀ ਸੈਕੰਡ ਬੈਸਟ ਆਪਸ਼ਨ ਕਹਿ ਸਕਦੇ ਹਾਂ। ਤੁਸੀਂ ਇਹ ਪੁਆਇੰਟ ਲੈ ਕੇ ਕੇਂਦਰ ਤੱਕ ਪਹੁੰਚ ਕੀਤੀ ਜਾਂ ਨਹੀਂ ਕੀਤੀ? ਜੇ ਨਹੀਂ ਕੀਤੀ ਤਾਂ ਕਿਉਂ?
ਜੇਕਰ ਤੁਸੀਂ ਅੱਜ ਕਹਿ ਰਹੇ ਹੋ ਕਿ ਇਹ ਆਪਸ਼ਨ ਹੋ ਸਕਦਾ ਤਾਂ ਹੁਣ ਤੱਕ ਪੰਜਾਬ ਸਰਕਾਰ ਨੇ ਪਹੁੰਚ ਕਿਉਂ ਨਹੀਂ ਕੀਤੀ ਕੇਂਦਰ ਤੱਕ? ਦੇਖੋ, ਪੰਜਾਬ ਸਰਕਾਰ ਨੇ ਤਾਂ ਪਹਿਲਾਂ ਹੀ ਸੰਵਿਧਾਨ ਦੀ ਜਿਹੜੀ ਹੈਗੀ ਹੈ ਸਾਡੇ ਕੋਲ ਅਧਿਕਾਰ ਵਰਤਦਿਆਂ ਹੋਇਆਂ, ਜਿਹੜਾ ਸਾਡੇ ਕੋਲ 254 ਕਲੌਜ਼ 2 ਦਾ ਅਧਿਕਾਰ ਸੀਗਾ, ਅਸੀਂ ਆਪਣੀ ਵਿਧਾਨ ਸਭਾ ਦੇ ਵਿੱਚ ਅਮੈਂਡਮੈਂਟਸ ਕਰਕੇ ਉਹ ਕਾਨੂੰਨ ਜਿਹੜਾ ਅਸੀਂ ਗਵਰਨਰ ਸਾਹਿਬ ਦਿੱਤਾ ਹੋਇਆ ਤੇ ਜੋ ਰਾਸ਼ਟਰਪਤੀ ਦੀ ਮਨਜ਼ੂਰੀ ਹੋਣੀ ਹੁੰਦੀ ਹੈਗੀ ਹੈ, ਜਿਹੜਾ ਕੇਂਦਰ ਕਾਨੂੰਨ ਦੇ ਕੇਂਦਰੀ ਦੇ ਖਿਲਾਫ ਅਗਰ ਅਸੀਂ ਜਿਹੜੀ ਕੋਈ ਸਟੇਟ ਹੈਗੀ ਹੈ ਉਹ ਵਿਧਾਨ ਸਭਾ ਆਪਣਾ ਅਲੱਗ ਕਾਨੂੰਨ ਬਣਾਉਂਦੀ ਹੈ ਜਾਂ ਉਹਨਾਂ ਦੇ ਉਲਟ ਬਣਾਉਂਦੇ ਰੱਦ ਕਰਦੀ ਹੈਗੀ ਹੈ। ਸੋ ਉਸ ਕਰਕੇ ਅਸੀਂ ਜੋ ਹੁਣ ਤੱਕ ਕਰ ਸਕਦੇ ਸੀ ਕੀਤਾ ਹੋਇਆ ਹੈਗਾ। ਲੇਕਿਨ ਇਹ ਆਪਸ਼ਨਾਂ ਨੇ, ਇਹ ਆਪਸ਼ਨ ਕੇਂਦਰ ਸਰਕਾਰ ਦੇ ਜਿਹੜੀ ਹੈਗੀ ਹੈ ਸਹਿਮਤੀ ਨਾਲ ਹੋਣੀ ਹੈ ਕਿ ਅਗਰ ਮਾਡਲ ਲਾ ਬਣਾਉਣਾ ਹੈ ਨਾ ਤਿੰਨਾਂ ਕਾਨੂੰਨਾਂ ਨੂੰ, ਤਾਂ ਉਹ ਫਿਰ ਇਹ ਸਾਰੇ ਸਹਿਮਤੀ ਨਾਲ, ਕਿਉਂਕਿ ਕੋਈ ਵੀ ਅਗਰ ਅਮੈਂਡਮੈਂਟ ਵੀ ਹੋਣੀ ਹੈਗੀ ਹੈ, ਜੋ ਕਾਨੂੰਨ ਬਣ ਕੇ ਲਾਗੂ ਹੋ ਚੁੱਕੇ ਨੇ, ਅਗਰ ਕੋਈ ਅਮੈਂਡਮੈਂਟ ਵੀ ਕਰਨੀ ਹੈ, ਸੰਸ਼ੋਧਨ ਹੋਣਾ ਹੈ, ਉਹ ਵੀ ਪਾਰਲੀਮੈਂਟ ਨਹੀਂ ਕਰਨਾ ਹੈਗਾ, ਅਲਟੀਮੇਟਲੀ ਪਾਰਲੀਮੈਂਟ ਦੇ ਵਿੱਚ ਜਾਣਾ ਪੈਣਾ ਹੈਗਾ। ਸੋ ਇਸ ਕਰਕੇ ਜਿਹੜੀ ਇਹ ਆਪਸ਼ਨਸ ਨੇ ਗੱਲਬਾਤ ਹੋ ਕੇ ਕੰਸੈਂਸਸ ਬਣਦਾ ਹੈਗਾ ਤਾਂ ਪੰਜਾਬ ਸਰਕਾਰ ਬਿਲਕੁਲ ਕਿਸਾਨਾਂ ਨਾਲ ਸਹਿਮਤ ਹੈ ਇਸ ਮਸਲੇ ਤੇ। ਜੋ ਅਗਰ ਨਹੀਂ ਸਰ, ਮੇਰਾ ਸਵਾਲ ਉੱਥੇ ਖੜਾ ਹੈ ਕਿ ਹੁਣ ਤੱਕ ਕੇਂਦਰ ਦੀ ਸਰਕਾਰ ਤੱਕ ਤੁਸੀਂ ਪਹੁੰਚ ਨਹੀਂ ਕੀਤੀ ਜਾਂ ਕੇਂਦਰ ਦੀ ਸਰਕਾਰ ਨੇ ਤੁਹਾਡੀ ਸੁਣੀ ਨਹੀਂ। ਮੈਂ ਤੁਹਾਡੇ ਕੋਲ ਵਾਪਸ ਆਵਾਂਗਾ, ਮੈਂ ਬਰਾੜ ਸਾਹਿਬ ਦਾ ਰੁਖ ਕਰਦਾ ਤੇ ਇਸ ਵਿਚਾਲੇ ਸਾਡੇ ਨਾਲ ਰਜਿੰਦਰ ਸਿੰਘ ਜੀ ਅਸੀਂ ਆਪਸ਼ਨ ਅਜੇ ਦੇ ਨਹੀਂ ਸਕਦੇ ਨਾ ਜੀ। ਨਹੀਂ ਸਰ, ਸੁਪਰੀਮ ਕੋਰਟ ਚਲੇ ਜਾਓ ਨਾ ਫਿਰ ਸਰ, ਤੁਸੀਂ ਤਾਂ ਖੁਦ ਲਾਇਰ ਹੋ। ਜੇਕਰ ਤੁਸੀਂ ਸ਼ੁਰੂਆਤ ਦੇ ਵਿੱਚ ਕਹਿ ਦਿੱਤਾ ਸੀ ਕਿ ਇਹ ਤਾਂ ਸੂਬੇ ਦਾ ਅਧਿਕਾਰ ਹੈ ਤੇ ਲਗਾਤਾਰ ਜ਼ਿਕਰ ਹੋ ਰਿਹਾ ਤਾਂ ਤੁਸੀਂ ਸੁਪਰੀਮ ਕੋਰਟ ਦਾ ਰੁਖ ਕਰ ਸਕਦੇ ਹੋ, ਤੁਸੀਂ ਹੁਣ ਤੱਕ ਨਹੀਂ ਕੀਤਾ। ਪੰਜਾਬ ਸਰਕਾਰ ਨੇ ਕੋਈ ਗੱਲ ਹੋਣੀ ਹੈ ਨਹੀਂ ਕੀਤਾ ਕਿਉਂਕਿ ਬੀਜੇਪੀ ਕਹਿੰਦੀ ਹੈ ਨਹੀਂ, ਅਸੀਂ ਤਾਂ ਕੋਈ ਕਾਨੂੰਨ ਦੀ ਉਲੰਘਣਾ ਕੀਤੀ ਨਹੀਂ। ਦੇਖੋ ਅਗਰ ਸੁਪਰੀਮ ਕੋਰਟ ਦੀ ਗੱਲ ਕਰਦੇ ਹੋ ਤਾਂ ਸੁਪਰੀਮ ਕੋਰਟ ਦੇ ਵਿੱਚ ਕਿਸਾਨ ਭਰਾ ਵੀ ਅੱਜ ਤੱਕ ਇਸ ਕਰਕੇ ਨਹੀਂ ਜਾ ਰਹੇ ਕਿ ਉੱਥੇ ਵੀ ਜਿਹੜਾ ਹੈਗਾ ਕੋਈ ਰੁਖ ਦੇਖ ਕੇ, ਮੈਂ ਹੁਣ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲ ਰਿਹਾ, ਸਬ ਜੁਡੀਸ ਹੈਗਾ, ਪੈਂਡਿੰਗ ਹੈਗਾ, ਮੈਂ ਜ਼ਿਆਦਾ ਕਮੈਂਟ ਨਹੀਂ ਕਰ ਸਕਦਾ ਉਸ ਫੈਸਲੇ ਤੇ, ਉਸ ਪੈਂਡਿੰਗ ਕੇਸ ਦੇ। ਲੇਕਿਨ ਕਈ ਕਾਰਨ ਨੇ ਜਿਹੜੇ ਸਾਡੇ ਕਿਸਾਨ ਵੀਰ ਵੀ ਸੁਪਰੀਮ ਕੋਰਟ ਨਹੀਂ ਜਾ ਰਹੇ, ਕਿਸੇ ਹੋਰ ਨੇ ਪਟੀਸ਼ਨਾਂ ਪਾਈਆਂ ਨੇ, ਉਹਨਾਂ ਦੇ ਵਿੱਚ ਉਹਨਾਂ ਨੂੰ ਨੋਟਿਸ ਹੋਏ ਨੇ। ਸੁਪਰੀਮ ਕੋਰਟ ਕੀ ਰੁਖ ਅਖਤਿਆਰ ਕਰਦੀ ਹੈ ਦੀ ਕੋਸ਼ਿਸ਼ ਕਰਾਂਗਾ ਗੱਲ ਹੈਗੀ ਹੈ, ਲੇਕਿਨ ਸੰਵਿਧਾਨ ਦੇ ਮੁਤਾਬਕ ਮੈਂ 4 ਦਿਨ ਪਹਿਲਾਂ ਕਿਸਾਨ ਆਗੂਆਂ ਨੂੰ ਸਵਾਲ ਪੁੱਛਿਆ ਹੈਗਾ। ਮੈਂ 4 ਦਿਨ ਪਹਿਲਾਂ ਪੁੱਛਿਆ ਸੀ ਕਿ ਜੇਕਰ ਤੁਹਾਨੂੰ ਅਨਕਨਸਟੀਟਿਊਸ਼ਨਲ ਲੱਗਦਾ ਹੈ ਲਾਅ, ਤਾਂ ਫਿਰ ਕੋਈ ਸੂਬਾ ਸਰਕਾਰ ਹੁਣ ਤੱਕ ਕਿਉਂ ਨਹੀਂ ਗਈ ਸੁਪਰੀਮ ਕੋਰਟ? ਤਾਂ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਇਹੀ ਤਾਂ ਪ੍ਰੋਬਲਮ ਹੈ ਕਿ ਜੇਕਰ ਸੂਬਾ ਸਰਕਾਰਾਂ ਚਲੀਆਂ ਜਾਂਦੀਆਂ ਤਾਂ ਸਾਨੂੰ ਜ਼ਰੂਰਤ ਹੀ ਨਹੀਂ ਸੀ ਇਹ ਕੰਮ ਕਰਨ ਦੀ। ਚਲੋ ਮੈਂ ਤੁਹਾਡੇ ਕੋਲ ਵਾਪਸ ਆਵਾਂਗਾ। ਇਸ ਸਮੇਂ ਸਾਡੇ ਨਾਲ ਰਜਿੰਦਰ ਸਿੰਘ ਜੀ ਵੀ ਜੁੜ ਚੁੱਕੇ ਨੇ, ਹਰਜੀਤ ਸਿੰਘ ਗਰੇਵਾਲ ਜੀ ਵੀ ਜੁੜ ਚੁੱਕੇ ਨੇ, ਪਰ ਪਹਿਲਾਂ ਇੱਕ ਕਮੈਂਟ ਚਰਨਜੀਤ ਬਰਾੜ ਦਾ ਸਾਡੇ ਨਾਲ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਬਰਾੜ ਸਾਹਿਬ ਪੰਜਾਬ ਸਰਕਾਰ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਹੋ? ਮੈਂ ਸੈਂਟਰ ਦਾ ਰੁਖ ਕਰਾਂ ਜਾਂ ਕਿਸਾਨਾਂ ਦੇ ਅੰਦੋਲਨ ਦਾ, ਕਿਸਾਨ ਆਗੂਆਂ ਦੇ ਨਾਲ ਗੱਲ ਕਰੀਏ, ਪਰ ਅਕਾਲੀ ਦਲ ਇਸ ਸਮੇਂ ਪੰਜਾਬ ਸਰਕਾਰ ਦੇ ਪੂਰੇ ਸਟੈਂਡ ਨੂੰ ਕਿਵੇਂ ਦੇਖ ਰਿਹਾ ਹੈ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਸ਼ਹੀਦੀ ਹਫ਼ਤਾ ਚੱਲ ਰਿਹਾ ਹੈ, ਇਸ ਸ਼ਹੀਦੀ ਹਫ਼ਤੇ ਨੂੰ ਜਿਹੜੇ ਵੱਡੇ ਸਾਹਿਬਜ਼ਾਦੇ ਜਾਂ ਛੋਟੇ ਸਾਹਿਬਜ਼ਾਦਿਆਂ ਦਾ ਵਿਛੜਨਾ, ਅੱਜ ਦਾ ਦਿਹਾੜੇ ਚੱਲ ਰਹੇ ਆ, ਉਹਨੂੰ ਨਤਮਸਤਕ ਹੁੰਦਾ ਤੁਹਾਡੇ ਰਾਹੀਂ। ਉਹ 40 ਤੋਂ ਵੱਧ ਕਿਸਾਨ ਜਿਹੜੇ ਸਾਡੇ ਆ ਉਹ ਸ਼ਹਾਦਤ ਪਾ ਚੁੱਕੇ ਆ, ਉਹਨਾਂ ਨੂੰ ਵੀ ਇੱਕ ਸ਼ਰਧਾ ਜਿਹੜਾ ਹੈਗਾ ਸ਼ਰਧਾ ਦੇ ਫੁੱਲ ਅਰਪਿਤ ਕਰਦੇ ਆ। ਦੂਜੀ ਮੈਂ ਬੇਨਤੀ ਕਰਾਂ, ਪੰਜਾਬ ਸਰਕਾਰ ਦੀ ਜਿਹੜੀ ਭੂਮਿਕਾ ਹੈ, ਇਹ ਗੌਰਵ ਜੀ, ਇਹ ਮੀਡੀਆ ਤੇ ਜਾਂ ਟੈਲੀਵਿਜ਼ਨ ਤੇ ਤੂੰ ਮੈਂ ਕਰਦੀਆਂ ਖਬਰਾਂ ਤਾਂ ਹੋ ਸਕਦਾ ਸੁਣਨ ਲਈ ਚੰਗੀਆਂ ਲੱਗਦੀਆਂ ਹੁਣ, ਪਰ ਅੱਜ ਜਿਹੜੀ ਸਥਿਤੀ ਹੈਗੀ ਆ ਉਹ ਕਿਸਾਨ ਦੇ ਅੰਦੋਲਨ ਦੇ ਉੱਤੇ ਕੇਂਦਰਿਤ ਜਿਹੜੀ ਆ ਉਹ ਜ਼ਿਆਦਾਤਰ ਬਣੀ ਰਹਿਣੀ ਚਾਹੀਦੀ ਹੈ। ਪੰਜਾਬ ਦੇ ਵਾਸੀ, ਭਾਵੇਂ ਅਸੀਂ ਸਵੈਤ ਸਾਹਿਬ ਕਾਂਗਰਸ ਪਾਰਟੀ ਨਾਲ ਸੰਬੰਧਿਤ ਨੇ, ਭਾਵੇਂ ਕੋਈ ਆਮ ਆਦਮੀ ਪਾਰਟੀ ਵਾਲਾ ਜੁੜੇ ਜਾਂ ਦੂਸਰੇ ਜੁੜਨ, ਅੱਜ ਦਾ ਮੌਕਾ ਤੂੰ ਮੈਂ ਦੀ ਬਜਾਏ, ਕਿਉਂਕਿ ਜੇ ਇਹ ਨੁਕਸ ਕੱਢਣ ਲੱਗਾਂਗੇ ਤਾਂ ਫਿਰ ਤਾਂ ਮੈਨੀਫੈਸਟੋ ਤੋਂ ਸ਼ੁਰੂ ਹੋ ਜਾਾਂਗੇ, ਫਿਰ 2017 ਚ ਕਾਨੂੰਨ ਕਿਉਂ ਬਣਾਏ ਉੱਥੋਂ ਸ਼ੁਰੂ ਹੋ ਜਾਾਂਗੇ, ਫਿਰ ਕਾਨੂੰਨ ਰੱਦ ਕਿਉਂ ਨਹੀਂ ਕੀਤੇ, ਕੱਲੀਆਂ ਸੋਧ ਕਿਉਂ ਕੀਤੀਆਂ, ਇਹ ਵਗੈਰਾ ਬੜੀਆਂ ਗੱਲਾਂ ਕੀਤੀਆਂ ਜਾ ਸਕਦੀਆਂ। ਮੈਂ ਉਸ ਤੂੰ ਮੈਂ ਚ ਪੈਣਾ ਨਹੀਂ ਚਾਹੁੰਦਾ, ਔਰ ਨਾ ਹੀ ਸਾਡੇ ਅੰਦੋਲਨ ਤੇ ਬੈਠੇ ਕਿਸਾਨ ਵੀਰ ਇਸ ਗੱਲ ਨੂੰ ਸੁਣਨਾ ਪਸੰਦ ਕਰਦੇ ਆ। ਅੱਜ ਸਾਡੇ ਪੰਜਾਬ ਦੀ ਏਕੇ ਦੀ ਆਵਾਜ਼ ਜਾਣੀ ਚਾਹੀਦੀ ਹੈ, ਔਰ ਅਸੀਂ ਸਾਰੇ ਦੇ ਸਾਰੇ ਇਕੱਠੇ ਇੱਕੋ ਆਵਾਜ਼ ਨਾਲ ਇੱਕ ਗੱਲ ਕਹਿ ਰਹੇ ਕਿ ਕੇਂਦਰ ਸਰਕਾਰ ਨੂੰ 40-42 ਤੋਂ ਵੱਧ ਕਿਸਾਨਾਂ ਦੀਆਂ ਸ਼ਹਾਦਤਾਂ ਹੋ ਗਈਆਂ, ਇਸ ਤੋਂ ਵੱਧ ਕਿੰਨੀਆਂ ਸ਼ਹਾਦਤਾਂ ਹੋ ਚਾਹੀਦੀਆਂ, ਇਸ ਕਰਕੇ ਇਹਨਾਂ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ। ਔਰ ਸਰਕਾਰ ਦੇ ਤੌਰ ਤੇ ਭਾਵੇਂ ਮੁੱਖ ਮੰਤਰੀ ਸਾਹਿਬ ਨੂੰ ਲੀਡ ਕਰਕੇ ਜੇ ਸਰਬ ਪਾਰਟੀ ਮੀਟਿੰਗ ਬੁਲਾ ਕੇ ਵੀ ਸਾਰਿਆਂ ਨੂੰ ਨਾਲ ਲੈ ਕੇ ਜਾਣ ਦੀ ਲੋੜ ਹੋਵੇ, ਜਾਂ ਕਿਤੇ ਪ੍ਰੈਸ਼ਰ ਬਣਾਉਣ ਲਈ ਹੋਰ ਵੀ ਕੋਈ ਗੱਲ ਕਰਨ ਦੀ ਲੋੜ ਹੋਵੇ, ਤਾਂ ਸਾਰੀਆਂ ਪਾਰਟੀਆਂ ਨੂੰ ਇੱਕ ਸਮਝ ਲਓ ਕਿ ਕੇਂਦਰ ਦੇ ਉੱਤੇ ਦਬਾਅ ਬਣਾਉਣ ਦੀ ਨੀਤੀ ਕਿਸੇ ਵੀ ਢੰਗ ਨਾਲ ਹੋਵੇ, ਉਹਦੇ ਚੋਂ ਬਿਹਤਰ ਸਾਰੀਆਂ ਪਾਰਟੀਆਂ ਦੀ ਮੀਟਿੰਗ ਬੁਲਾ ਕੇ ਵੀ ਕੱਢਿਆ ਜਾ ਸਕਦਾ। ਪਰ ਜਦ ਤੱਕ ਇਹ ਕਾਨੂੰਨ ਵਾਪਸ ਨਹੀਂ ਹੁੰਦੇ, ਮੇਰਾ ਖਿਆਲ ਹੈ ਕਿ ਇਹ ਚਲੋ ਠੀਕ ਹੈ। ਬਰਾੜ ਸਾਹਿਬ, ਤੁਸੀਂ ਜਿਹੜਾ ਪੁਆਇੰਟ ਕਿਹਾ, ਲਾਜ਼ਮੀ ਤੌਰ ਤੇ ਪੰਜਾਬ ਇਕਜੁੱਟ ਦਿਖਾਉਣ ਦੀ ਜ਼ਰੂਰਤ ਹੈ ਇਸ ਸਮੇਂ ਹੈ। ਗਰੇਵਾਲ ਸਾਹਿਬ ਸਾਡੇ ਨਾਲ ਨੇ, ਮੈਂ ਰਜਿੰਦਰ ਜੀ ਤੁਹਾਡੇ ਕੋਲ ਆਵਾਂਗਾ, ਪਰ ਪਹਿਲਾਂ ਮੈਂ ਬੀਜੇਪੀ ਦਾ ਰਿਐਕਸ਼ਨ ਜ਼ਰੂਰ ਲੈਣਾ। ਗਰੇਵਾਲ ਸਾਹਿਬ, ਕਿਸਾਨਾਂ ਨੇ ਅਜੇ ਤੱਕ ਡਿਸਾਈਡ ਨਹੀਂ ਕੀਤਾ ਕਿ ਮੀਟਿੰਗ ਕਦੋਂ ਕਿੱਥੇ ਹੋਵੇਗੀ, ਕਿਹੜਾ ਟਾਈਮ ਹੋਏਗਾ, ਕਿਹੜੀ ਤਾਰੀਖ ਹੋਏਗੀ।
ਪਰ ਇਸ ਸਮੇਂ ਸਰਕਾਰ ਦਾ ਤੁਸੀਂ ਦੱਸੋ ਕਿ ਸਰਕਾਰ ਕੀ ਸੋਚ ਰਹੀ ਹੈ ਕਿਸਾਨ ਜਥੇਬੰਦੀਆਂ ਨੂੰ ਲੈ ਕੇ? ਖੇਤੀ ਕਾਨੂੰਨ ਰੱਦ ਕਰਨ ਦੇ ਉੱਤੇ ਹੀ ਤੁਸੀਂ ਵਿਚਾਰ ਕਰ ਰਹੇ ਹੋ ਜਾਂ ਕੋਈ ਹੋਰ ਫਾਰਮੂਲਾ ਇਸ ਸਮੇਂ ਸਰਕਾਰ ਦੇ ਕੋਲ ਹੈ ਜਿਹੜਾ ਤੁਹਾਡੇ ਤੱਕ ਵੀ ਪਹੁੰਚਿਆ ਹੋਵੇ? ਕਿਉਂਕਿ ਅਸੀਂ ਅੱਜ ਇਹ ਵੀ ਗੱਲ ਕਰ ਰਹੇ ਹਾਂ ਕਿ ਸਰਕਾਰ ਇਸ ਤਰ੍ਹਾਂ ਸੋਚ ਸਕਦੀ ਹੈ ਕਿ ਅਸੀਂ ਵੀ ਸੂਬਾ ਸਰਕਾਰਾਂ ਨੂੰ ਵੱਧ ਅਧਿਕਾਰ ਦੇ ਦਈਏ, ਉਹ ਇੱਕ ਬਦਲ ਹੋ ਸਕਦਾ ਹੈ। ਕੋਈ ਆਪਸ਼ਨਸ ਹੈ ਇਸ ਸਮੇਂ ਕਿ ਆਪਸ਼ਨ 1, ਆਪਸ਼ਨ 2, ਆਪਸ਼ਨ 3 ਐਸੀ ਕੋਈ ਹੈ ਤੁਹਾਡੇ ਕੋਲ ਗੇਮ ਪਲਾਨ? देखो गौरव जी, पहली गल तो यह है कि भारत सरकार ने किसान ਨੂੰ रिस्पैक्ट दी, पूछा कि बई मीटिंग का एजेंडा की होएगा और समा की होएगा। क्योंकि कई बार की हुंदा सी कि जदों पहलां असीं सद्दा दिंदे सी ते वो कहंदे सी कि पहलां असीं अपनी मीटिंग करके तय करना कि किस तरह नाल गल करनी है, किने किने इहदे च बोलना और किस किस विषय ते बोलना। तो इस बार सरकार ने इन्हों खुद नूं ही लिख के पत्र तो ये दे दिता कि बई एक तरह की रिस्पैक्ट है बहुत बड़ी, पर उस दे बावजूद भी सरकार की तरफों किसान की तरफों ये देरी क्यों की जा रही है? क्योंकि सरकार चाहती है कि किसान जल्दी तो जल्दी जिहड़ा अपने घरां नूं जाण, जिहड़े सड़कों ते बैठे आ बच्चे, महिलावां, बजुर्ग, तो उहदे च किसान जथेबंदियां नूं भी इस मामले च सुहिरद होना चाहिए और उस तरह नाल ही अपनी तैयारी करके गल करनी चाहिए है। तो किसी एक संभावना ते विचार नहीं हुंदा, जदों गलबात हुंदी है खुले मन नाल हुंदी है। तो इस करके जिहड़ा डेडलॉक भी होया सी इस गल ते होया सी जैस और नो ते हुण सरकार दा जिहड़ा है ये संभावना हैगी है कि बई सरकार तो सारियां ही संभावनावां उपर ने। गरेवाल साहब देखो एक सवाल ये भी है, नहीं मैं विचाले रोक रहा सर, तुसी 8 तरीक तो लेके 8 तरीक ਨੂੰ आखिरी बार मीटिंग हुई उस तो लेके 12-13 दिन सर तुसी लगा दिते सद्दा भेजण ਨੂੰ। ਤੁਸੀਂ ਚਾਹੁੰਦੇ ਹੋ ਕਿ 24 ਘੰਟੇ ਦੇ ਵਿੱਚ ਕਿਸਾਨ ਜਥੇਬੰਦੀਆਂ ਆ ਜਾਣ, ਗੱਲਬਾਤ ਕਰਨ ਦੇ ਲਈ ਆ ਜਾਣ। ਤੁਸੀਂ ਕਹਿ ਰਹੇ ਹੋ ਕਿ ਦੇਰ ਹੋ ਰਹੀ ਹੈ, ਤੁਸੀਂ ਖੁਦ 12-13 ਦਿਨ ਲਗਾਏ ਨੇ ਸਰ ਉਹ ਸੱਦਾ ਭੇਜਣ ਨੂੰ, ਚਿੱਠੀ ਭੇਜਣ। 8 ਤਰੀਕ ਤੋਂ ਬਾਅਦ लगातार टच ਸੀਗੇ, लगातार कह रहे सी ਤੇ ਅੱਜ ਵੀ 2 दिन हो गए ਲੈਟਰ ਗਏ ਹੋਏ ਨੂੰ। ਹੁਣ ਕੱਲ ਫੈਸਲਾ ਹੋਣਾ, ਕੀ ਹੋਣਾ ਉਹ ਸਾਨੂੰ ਨਹੀਂ ਪਤਾ, ਉਹ ਕਿਸਾਨ ਜਥੇਬੰਦੀਆਂ ਬਿਹਤਰ ਦੱਸ ਸਕਦੀਆਂ ਨੇ। ਪਰ ਸਰਕਾਰ ਪੂਰੀ ਤਰ੍ਹਾਂ ਸੁਹਿਰਦਾ ਔਰ ਇਸ ਨੂੰ ਜਲਦੀ 'ਚ ਇਸ ਮਾਮਲੇ ਨੂੰ ਨਿਪਟਾਉਣਾ ਚਾਹੁੰਦੀ ਆ। ਇਹ ਪੱਕੀ ਗੱਲ ਆ। ਹੁਣ ਕਿਸਾਨ ਜਥੇਬੰਦੀਆਂ ਨੂੰ ਕਿੰਨੀ ਜਲਦੀ ਆ, ਕਿਸ ਤਰ੍ਹਾਂ ਉਹ ਕਰਨਾ ਚਾਹੁੰਦੇ ਆ, ਉਹਨਾਂ ਬਾਰੇ ਮੈਂ ਕੋਈ कमेंट्स नहीं कर सकता। वो तो उही दस सकते हैं कि क्यों देरी कर रहे हैं, की उन्होंने इशूज़ ने, कित्थे जाके उन्होंने निपटना और सरकार दे लई सारियां संभावनावां ओपन ने। गरेवाल साहब इशूज़ तो तुहानू खुद नू पता ही होएगा, बीजेपी तक तो इशूज़ सारे पहुंचे हुए ने। चलो मैं ठीक है, मैं तुहाडे कोल वापस आउणा, मैं रुक करा रजिंदर जी दा। साडे नाल रजिंदर सिंह जी जुड़े हुए ने कीर्ति किसान यूनियन तो। रजिंदर जी पहला सवाल तुहानू यही, क्योंकि आपां लगातार गलबात कर रहे हैं, लगातार इस मुद्दे दे उत्ते चर्चा हो रही है, ਤੁਸੀਂ ਨੌਜਵਾਨ ਆਗੂ ਹੋ, ਕਿਸਾਨਾਂ ਨੂੰ ਰਿਪਰੈਜ਼ੈਂਟ ਕਰ ਰਹੇ ਹੋ। ਮੇਰਾ ਪਹਿਲਾ ਸਵਾਲ ਇਹ ਹੈ ਕਿ ਯੈਸ ਨੋ ਤੋਂ ਅੱਗੇ ਗੱਲਬਾਤ ਤੁਰੇਗੀ ਅਗਲੀ ਮੀਟਿੰਗ ਦੇ ਵਿੱਚ ਜਾਂ ਨਹੀਂ? ਕਿਉਂਕਿ ਖੇਤੀ ਕਾਨੂੰਨਾਂ ਦਾ ਮਤਲਬ ਇਹ ਹੈ, ਯੈਸ ਨੋ ਦਾ ਮਤਲਬ ਇਹ ਹੈ ਕਿ ਕਾਨੂੰਨ ਰੱਦ ਕਰੋ। ਜੇਕਰ ਅੱਗੇ ਤੁਰਦੀ ਹੈ ਤਾਂ ਮਤਲਬ ਇਹ ਹੈ ਕਿ ਤੁਹਾਡੇ ਕੋਲ ਕੋਈ ਹੋਰ ਆਪਸ਼ਨ ਵੀ ਹੈ, ਉਸ ਦੇ ਉੱਤੇ ਵਿਚਾਰ ਕੀਤਾ ਜਾ ਸਕਦਾ ਹੈ। ਦੇਖੋ ਅਸੀਂ ਬਹੁਤ ਸਾਫ਼ ਹਾਂ ਕਿ ਜਿਹੜੇ ਕਾਨੂੰਨ ਨੇ ਉਹ ਰੱਦ ਹੋਣੇ ਚਾਹੀਦੇ ਆ, ਕਿਉਂਕਿ ਕਾਨੂੰਨ ਜਿਹੜੇ ਆ ਗੈਰ ਸੰਵਿਧਾਨਕ ਆ। ਕੇਂਦਰ ਸਰਕਾਰ ਨੂੰ ਕੋਈ ਅਧਿਕਾਰ ਨਹੀਂਗਾ ਕਾਨੂੰਨ ਬਣਾਉਣ ਬਾਰੇ। ਜੇ ਚਾਹੋ ਤੇ ਇਹਦੇ ਤੇ ਮੈਂ 2 ਮਿੰਟ ਲਾ ਸਕਦਾ ਹੈਗਾ ਕਿ ਕਾਨੂੰਨ ਗੈਰ ਸੰਵਿਧਾਨਕ ਕਿਵੇਂ ਨੇ, ਕਿਉਂਕਿ ਜਿਹੜੀ ਭਾਰਤ ਦੀ ਸੰਵਿਧਾਨ ਦੇ ਵਿੱਚ 3 ਸੂਚੀਆਂ ਨੇ ਕਾਨੂੰਨ ਬਣਾਉਣ ਬਾਰੇ। ਜਿਹੜਾ ਖੇਤੀਬਾੜੀ ਦਾ ਮਾਮਲਾ ਉਹ ਰਾਜਾਂ ਦੀ ਜਿਹੜੀ ਸੂਚੀ ਆ ਉਹ 'ਚ 14 ਨੰਬਰ ਦੇ ਵਿੱਚ ਐਂਟਰੀ ਹੈਗੀ ਆ, ਔਰ ਜਿਹੜੀ ਕਨਕਰੈਂਟ ਲਿਸਟ ਆ ਉਹਦੀ ਐਂਟਰੀ ਨੰਬਰ 33 ਦੇ ਆਧਾਰ ਦੇ ਉੱਪਰ ਕੇਂਦਰ ਸਰਕਾਰ ਨੇ ਜਿਹੜੇ ਹੈਗੇ ਆ ਇਹ ਕਾਨੂੰਨ ਬਣਾਏ ਆ, ਉਹ ਦਾਅਵਾ ਕਰਦੇ ਆ। ਪਰ ਐਂਟਰੀ ਨੰਬਰ 33 ਟ੍ਰੇਡ ਐਂਡ ਕਮਰਸ ਬਾਰੇ ਆ, ਜਦ ਕਿ ਖੇਤੀਬਾੜੀ ਨਾ ਟ੍ਰੇਡ ਆ ਨਾ ਕਮਰਸ ਆ। ਖੇਤੀਬਾੜੀ ਤਾਂ ਜਿਹੜੀ ਸੇਵਾ ਹੈਗੀ ਆ, ਔਰ ਉਹਦੇ ਏ ਕਲੌਜ਼ ਦੇ ਵਿੱਚ ਲਿਖਿਆ ਕਿ ਫੂਡ ਸਟਫਸ ਐਂਡ ਐਡੀਬਲ ਆਇਲਸ, ਜਦ ਕਿ ਭਾਰਤ ਦੇ ਸੰਵਿਧਾਨ ਮੁਤਾਬਕ ਬਿਲਕੁਲ ਕਲੀਅਰ ਜਦੋਂ ਐਂਟਰੀ ਨੰਬਰ 33 ਇਹਦੇ ਚ ਦਰਜ ਕੀਤੀ ਗਈ ਆ ਕਿ ਫੂਡ ਸਟਫਸ ਦੇ ਵਿੱਚ ਗ੍ਰੇਨ ਨਹੀਂ ਆਉਂਦਾ, ਯਾਨੀ ਕਿ ਅਨਾਜ ਨਹੀਂ ਆਉਂਦਾ। ਔਰ ਜਿਹੜਾ ਕਿਸਾਨ ਹੈਗਾ ਉਹ ਕਣਕ ਪੈਦਾ ਕਰਦਾ, ਉਹ ਆਟਾ ਨਹੀਂ ਪੈਦਾ ਕਰਦਾ, ਉਹ ਝੋਨਾ ਪੈਦਾ ਕਰਦਾ, ਚੌਲ ਨਹੀਂ ਪੈਦਾ ਕਰਦਾ। ਇਹ ਪੁਆਇੰਟ ਜਿਹੜੇ ਹੈਗੇ ਨੇ, ਠੀਕ ਹੈ, ਜਿਹੜੇ ਪੁਆਇੰਟ ਤੁਸੀਂ ਰੱਖ ਰਹੇ ਹੋ ਪਹਿਲਾਂ ਚਰਚਾ ਦਾ ਵਿਸ਼ਾ ਬਣ ਚੁੱਕੇ ਨੇ। ਪਲੀਜ਼ ਮੈਨੂੰ ਵੀ ਮੈਂ ਤੁਹਾਨੂੰ ਦੁਬਾਰਾ ਉਹੀ ਸਵਾਲ ਪੁੱਛਦਾ, ਤੁਸੀਂ ਬੜਾ ਤਫਸੀਲ ਦੇ ਨਾਲ ਮੈਨੂੰ ਲੱਗਦਾ ਕਿ ਹੋਮਵਰਕ ਕਰਕੇ ਆਏ ਹੋ, ਪ੍ਰੋਪਰ ਪੜ੍ਹ ਕੇ ਆਏ ਹੋ। ਨਹੀਂ ਇਦਾਂ ਨਾ, ਮੈਂ ਤੁਹਾਨੂੰ ਰੋਕ ਨਹੀਂ ਰਿਹਾ, ਮੈਂ ਤੁਹਾਨੂੰ ਰੋਕ ਨਹੀਂ ਰਿਹਾ, ਮੈਂ ਤੁਹਾਡੇ ਤੋਂ ਜਵਾਬ ਹੀ ਲੈਣ ਦੀ ਕੋਸ਼ਿਸ਼ ਕਰ ਰਿਹਾ। ਦੇਖੋ ਜੋ ਮੇਰੀ ਚਰਚਾ ਦਾ ਪਹਿਲਾ ਵਿਸ਼ਾ ਸੀ, ਨਹੀਂ ਮੈਂ ਇੰਟਰਰਪਟ ਨਹੀਂ ਕਰ ਰਿਹਾ ਸਰ, ਮੇਰਾ ਕੁਐਸਚਨ ਐਡ ਹੋ ਲੈਣ ਦਿਓ। ਮੈਂ ਇਹ ਕਰ ਰਿਹਾ ਕਿ ਤੁਹਾਨੂੰ ਨਹੀਂ ਲੱਗਦਾ ਕਿ ਜੇਕਰ ਤੁਸੀਂ ਇੰਨਾ ਜ਼ਿਆਦਾ ਕੌਨਫੀਡੈਂਟ ਹੋ, ਕਿਸਾਨ ਜਥੇਬੰਦੀਆਂ ਇੰਨਾ ਕੌਨਫੀਡੈਂਟ ਨੇ, ਤਾਂ ਫਿਰ ਸੁਪਰੀਮ ਕੋਰਟ ਵਾਲਾ ਦਰਵਾਜ਼ਾ ਕਿਉਂ ਨਹੀਂ ਖੜਕਾਇਆ ਗਿਆ ਕਿ ਜਦੋਂ ਕੋਈ ਚੀਜ਼ ਗੈਰ ਸੰਵਿਧਾਨਿਕ ਹੋ ਗਈ ਉਹ ਤਾਂ ਫਿਰ ਸੁਪਰੀਮ ਕੋਰਟ ਨੇ ਡਾਇਰੈਕਟ ਸਟੇ ਲਗਾ ਦੇਣੀ ਸੀ ਕਿ ਬਿਲਕੁਲ ਅਨਕਨਸਟੀਟਿਊਸ਼ਨਲ ਹੈ, ਬਾਅਦ ਚ ਗੱਲ ਕਰਾਂਗੇ, ਪਹਿਲਾਂ ਸਟੇ ਲਗਾਓ।
राजेंद्र आवाज जी, नहीं आ रही है। राजेंद्र जी मेरी आवाज आ रही है तुहाडे तक? सर आवाज आ रही है तो कंप्लीट कर लो। मैं ही पूछ रहा कि जेकर इन्ना ज्यादा तुसी स्टडी ਤਾਂ ਕੀਤੀ ਹੋਈ ਹੈ, आवाज आ रही है वाला दरवाजा क्यों नहीं खड़का रहे? ਸਰ ਤੁਸੀਂ ਮੈਨੂੰ ਬੋਲਣ ਦਿਓਗੇ ਤਾਂ ਹੀ ਮੈਂ ਆਪਣੀ ਗੱਲ ਰੱਖਾਂਗਾ। ਤੁਸੀਂ ਸਿਰਫ ਮੈਨੂੰ ਇੰਟਰਰਪਟ ਕੀਤਾ ਔਰ ਕਿਸੇ ਨੂੰ ਇੰਟਰਰਪਟ ਨਹੀਂ ਕੀਤਾ। ਬਹੁਤ ਲੰਬਾ ਬੋਲਿਆ ਸਾਰੇ ਕਿਸਾਨਾਂ ਦੇ ਤੁਸੀਂ ਪ੍ਰੋਗਰਾਮ ਕਰ ਰਹੇ ਹੋ, ਕਿਸਾਨ ਆਗੂ ਨੂੰ ਘੱਟ ਐਟਲੀਸਟ 30 ਸੈਕਿੰਡ ਵੀ ਨਹੀਂ ਰੈਗੂਲਰ ਬੋਲਣ ਦਿੱਤਾ ਤੁਸੀਂ। ਮੈਂ ਉਹੀ ਕਹਿ ਰਿਹਾ Please ਮੈਨੂੰ ਇੱਕ ਮਿੰਟ ਗੱਲ ਕਰਨ ਦਿਓ, ਲੰਬੀ ਗੱਲ ਨਹੀਂ। ਆਪਣੀ ਗੱਲ ਬਿਲਕੁਲ ਬੇਬਾਕੀ ਦੇ ਨਾਲ ਰੱਖੋ, ਤੁਹਾਨੂੰ ਪੂਰਾ ਸਮਾਂ ਮਿਲੇਗਾ। ਮੈਂ ਸਿਰਫ ਇੱਕ ਕੁਐਸਚਨ ਐਡ ਕਰ ਰਿਹਾ ਸੀ ਉਸ ਦੇ ਵਿੱਚ। ਹਾਂ ਉਹ ਇਸ ਤਰ੍ਹਾਂ ਹੈਗਾ, ਜਿਹੜੀ ਮੈਂ ਗੱਲ ਕਹਿ ਰਿਹਾ ਸੀਗਾ ਕਿ ਸੰਵਿਧਾਨ ਦੇ ਮੁਤਾਬਕ ਵੀ ਜੇ ਉਹ ਫੂਡ ਸਟਫਸ ਦੀ ਗੱਲ ਕਰਦੇ ਹੈਗੇ ਆ ਤਾਂ ਅਸੀਂ ਤਾਂ ਗ੍ਰੇਨ ਪੈਦਾ ਕਰਦੇ ਆ। ਜੋ ਐਡੀਬਲ ਆਇਲ ਦੀ ਗੱਲ ਕਰਦੇ ਆ ਤਾਂ ਅਸੀਂ ਸਰੋਂ ਦਾ ਤੇਲ ਨਹੀਂ ਪੈਦਾ ਕਰਦੇ, ਅਸੀਂ ਸਰੋਂ ਪੈਦਾ ਕਰਦੇ ਆ। ਸਰ ਮੈਨੂੰ ਪਲੀਜ਼, ਮੈਨੂੰ ਪਤਾ ਤੁਸੀਂ ਹੈਲੋ जी जी ਤੁਹਾਡੀ ਆਵਾਜ਼ ਆ ਰਹੀ ਹੈ ਸਾਡੇ ਤੱਕ। ਹਾਂ तो दूसरी गल जिहड़ी तुसीं कहा भी सुप्रीम कोर्ट क्यों नहीं जांदेगे। देखो इस मुल्क दे विच मोदी सरकार ने 7 सालां दे विच किसी भी संविधानक अदारे की कोई क्रैडिबिलिटी नहीं रहन दित्ती, ना CBI दी, ना RBI दी, ना सुप्रीम कोर्ट दी, किसी की कोई क्रैडिबिलिटी नहीं हैगी। इस करके असी सुप्रीम कोर्ट वाले पासे मूव करने वाले ही 1000 वार सोचांगे, जो साडे कोल कोई राह नहीं बचूगा ਤਾਂ ਅਸੀਂ ਸੋਚ ਸਕਦੇ ਹਾਂ। ਅਦਰਵਾਈਜ਼ ਅਸੀਂ ਜਿਹੜਾ ਇਹ ਲੋਕਤੰਤਰ ਦੀ ਗੱਲ ਕਰਦੇ ਆ, ਲੋਕਾਂ ਤੇ ਨਿਰਭਰ ਕਰ ਰਹੇ ਹੈਗੇ ਆ। ਦੂਸਰੀ ਗੱਲ ਜਿਹੜੀ ਗਰੇਵਾਲ ਸਾਹਿਬ ਨੇ ਇਹ ਕਹੀ ਆ ਕਿ ਇਹ ਕਿਸਾਨ ਜਥੇਬੰਦੀਆਂ ਨੇ ਦੱਸਣਾ ਕਿ ਕਿੰਨੀ ਛੇਤੀ ਮਸਲੇ ਦਾ ਹੱਲ ਕਰਨਾ ਚਾਹੁੰਦੀਆਂ ਨੇ। ਇਹ ਕੱਲ ਸਾਨੂੰ ਚਿੱਠੀ ਮਿਲੀ ਆ, ਅੱਜ ਅਸੀਂ ਇਹਦੇ ਤੇ 6 ਮੈਂਬਰੀ ਕਮੇਟੀ ਬਣਾਤੀ ਆ, ਔਰ ਚੀਰਫਾੜ ਜਿਹੜੀ ਹੈਗੀ ਆ ਕਰੂਗੀ। ਔਰ ਕੱਲ ਨੂੰ ਜਿਹੜੀ ਸਾਡੀ ਆਲ ਇੰਡੀਆ ਦੀ ਮੀਟਿੰਗ ਆ ਉਹਦੇ ਚ ਅਸੀਂ ਇਹ ਕਲੀਅਰ ਕਰ ਲਾਂਗੇ। ਅਸੀਂ ਸਿਰਫ 2 ਦਿਨ ਲਾਵਾਂਗੇ, ਪਰ ਜਿਹੜੀ ਸਾਡੀ ਮੀਟਿੰਗ ਖੇਤੀਬਾੜੀ ਮੰਤਰੀ ਨਾਲ ਹੋਈ ਸੀ, ਇਹਨਾਂ ਨੇ ਸਾਨੂੰ ਪ੍ਰਪੋਜ਼ਲ ਹਫ਼ਤੇ ਬਾਅਦ ਭੇਜੀ ਸੀਗੀ। ਅਸੀਂ ਹਫ਼ਤਾ ਨਹੀਂ ਲਾਵਾਂਗੇ, ਅਸੀਂ ਜਵਾਬ ਸਿਰਫ 2 ਦਿਨਾਂ ਚ ਇਹਨਾਂ ਨੂੰ ਦੇ ਦੇਵਾਂਗੇ। ਸਰਕਾਰ ਬਹੁਤ ਸਲੋ ਆ, ਪਰ ਅਸੀਂ ਕਿਉਂਕਿ ਲੋਕਾਂ ਦੇ ਹਿੱਤਾਂ ਲਈ ਲੜਨ ਵਾਲੇ ਬੰਦੇ ਆ, ਸਰਦੀਆਂ 'ਚ ਰਾਤਾਂ ਕੱਟ ਰਹੇ ਆ, ਅਸੀਂ ਸਲੋ ਨਹੀਂ ਹੈਗੇ। ਔਰ ਜਿਹੜੀ ਗੱਲ ਗਰੇਵਾਲ ਸਾਹਿਬ ਕਹਿੰਦੇ ਕਿ ਇਹਨਾਂ ਨੂੰ ਲੋਕਾਂ ਦੀ ਪਰਵਾਹ ਹੈਗੀ ਆ, ਜੇ ਲੋਕਾਂ ਦੀ ਪਰਵਾਹ ਤਾਂ ਕਾਨੂੰਨ ਜਿਹੜੇ ਆ ਫੌਰੀ ਰੱਦ ਕਰਨ ਔਰ ਅਗਲੇ ਕਾਨੂੰਨ ਬਣਾਉਣ ਬਾਰੇ ਅਸੀਂ ਕਮੇਟੀ ਬਣਾਉਣ ਨੂੰ ਤਿਆਰ ਆ। ਕਿਉਂਕਿ ਜਿਹੜੀ UNO ਦੀ ਡੈਕਲੇਰੇਸ਼ਨ ਹੈਗੀ ਆ ਪੀਜੈਂਟਸ ਬਾਰੇ, UN ਦੀ ਜਨਰਲ ਅਸੈਂਬਲੀ ਦੇ ਵਿੱਚ ਮਤਾ ਪਿਆ ਹੋਇਆ, ਜਿਹੜੀ ਇੰਟਰਨੈਸ਼ਨਲ ਕਮਿਟਮੈਂਟ ਦਾ ਇਹ ਪਾਰਟ ਹੈ ਇੰਡੀਅਨ ਗਵਰਨਮੈਂਟ, ਕਿ ਕਿਸਾਨਾਂ ਦੇ ਬਾਰੇ ਕੋਈ ਵੀ ਨੀਤੀ ਬਣਾਈ ਜਾਊਗੀ ਉਸ UN ਦੀ ਜਿਹੜਾ ਰੈਜ਼ੋਲੂਸ਼ਨ ਦੇ ਆਰਟੀਕਲ 3 ਦਾ ਸਬ ਕਲੌਜ਼ 2 ਦੇ ਵਿੱਚ ਕਲੀਅਰ ਕੱਟ ਲਿਖਿਆ ਹੋਇਆ ਕਿ ਕਿਸਾਨਾਂ ਬਾਰੇ ਕੋਈ ਵੀ ਨੀਤੀ ਬਣਾਈ ਜਾਊਗੀ ਤਾਂ ਕਿਸਾਨਾਂ ਦੇ ਨਾਲ ਚਰਚਾ ਜਿਹੜੀ ਉਹ ਕੀਤੀ ਜਾਊਗੀ। ਇਹਨਾਂ ਨੇ ਜਿਹੜੀ ਇੰਟਰਨੈਸ਼ਨਲ ਕਮਿਟਮੈਂਟ ਆ ਉਹਦੀ ਵਾਇਓਲੇਸ਼ਨ ਕੀਤੀ ਆ, ਸੰਵਿਧਾਨ ਦੀ ਵਾਇਓਲੇਸ਼ਨ ਕੀਤੀ ਆ, ਔਰ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਦੀ ਵੀ ਵਾਇਓਲੇਸ਼ਨ ਕੀਤੀ ਆ। ठीक है राजेंद्र जी, तुसी अपनी गल मैनूं उम्मीद है कि पूरी तरह रखी होएगी। मैं एक छोटा जिहा ब्रेक ले रहा, मैं वापस आवांगा, इस गलबात नूं अगे तोरांगे। गरेवाल साहब तुहाडे तों भी सवाल होणगे, पर राजेंद्र जी मैं दोबारा वही सवाल पूछूंगा कि जेकर तुसी जो जिक्र कर रहे हो, सुप्रीम कोर्ट तुसी नहीं गए, पर देखो सूबे किन्ने ने देश भर दे विच, कोई एक सूबे दी सरकार जाके भी नहीं कहंदी कि साडे हक दे उत्ते डाका पाया जा रहा है। ਉਹ ਸਰਕਾਰਾਂ ਵੀ ਹੈਗੀਆਂ ਨੇ ਵੱਖ-ਵੱਖ ਸੂਬਿਆਂ ਦੇ ਵਿੱਚ ਜਿਹੜੀਆਂ ਪਾਰਟੀਆਂ ਤੁਹਾਨੂੰ ਸਮਰਥਨ ਕਰਨ ਦਾ ਐਲਾਨ ਕਰਦੀਆਂ ਨੇ, ਉਹਨਾਂ ਦੇ ਵਿੱਚ ਕਾਂਗਰਸ ਵੀ ਸ਼ਾਮਿਲ ਹੈ। ਮੈਂ ਬ੍ਰੇਕ ਤੋਂ ਬਾਅਦ ਇਸ ਮੁੱਦੇ ਉੱਤੇ ਅੱਗੇ ਵਧਾਵਾਂਗਾ ਗੱਲਬਾਤ ਨੂੰ, ਤੇ ਲਗਾਤਾਰ ਜ਼ਿਕਰ ਉਹੀ ਕਰ ਰਹੇ ਹਾਂ ਕਿ ਬਦਲ ਕੀ ਹੋ ਸਕਦਾ ਹੈ ਕਿ ਗੱਲਬਾਤ ਨੂੰ ਸਿਰੇ ਲਗਾਇਆ ਜਾਵੇ, ਪੂਰੇ ਮਾਮਲੇ ਦਾ ਨਿਬੇੜਾ ਕੀਤਾ ਜਾ ਸਕੇ। ਅਗਲਾ ਬਦਲ ਹੈ ਕਿ ਇਸ ਦੇ ਉੱਤੇ ਗੱਲਬਾਤ ਜਾਰੀ ਰਹੇਗੀ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਤੇ ਵਾਰੀ ਸਾਡੇ ਅੱਜ ਦੇ ਸਵਾਲ ਦੀ, ਜੋ ਅਸੀਂ ਆਪਣੇ ਦਰਸ਼ਕਾਂ ਨੂੰ ਪੁੱਛ ਰਹੇ ਹਾਂ। ਸਾਡਾ ਅੱਜ ਦਾ ਸਵਾਲ ਹੈ ਕਿ ਸੂਬਿਆਂ ਨੂੰ ਵੱਧ ਅਧਿਕਾਰ ਦੇ ਕੇ ਕਿ ਮਸਲੇ ਦਾ ਨਿਬੇੜਾ ਹੋ ਸਕਦਾ ਹੈ, ਕਿ ਜੇਕਰ ਸੂਬਿਆਂ ਨੂੰ ਅਧਿਕਾਰ ਦੇ ਦਿੱਤਾ ਜਾਵੇ ਕਿ ਠੀਕ ਹੈ ਕਾਨੂੰਨ ਬਣ ਗਏ, ਤੁਸੀਂ ਲਾਗੂ ਕਰਨੇ ਨੇ ਜਾਂ ਨਹੀਂ ਕਰਨੇ, ਤੁਹਾਡਾ ਅਧਿਕਾਰ, ਤਾਂ ਕੀ ਇਹ ਫਾਰਮੂਲਾ ਅਪਣਾਇਆ ਜਾ ਸਕਦਾ ਹੈ ਇਸ ਪੂਰੇ ਰੇੜਕੇ ਨੂੰ ਖਤਮ ਕਰਨ ਦਾ। ਜੇਕਰ ਤੁਹਾਨੂੰ ਲੱਗਦਾ ਹੈ ਕਿ ਹਾਂ ਜਿਹੜੇ ਸਟੇਟ ਗਵਰਨਮੈਂਟਸ ਨੇ ਉਹਨਾਂ ਨੂੰ ਵੱਧ ਅਧਿਕਾਰ ਦੇ ਕੇ ਮਾਮਲੇ ਦਾ ਨਿਬੇੜਾ ਹੋ ਸਕਦਾ ਹੈ, ਤਾਂ ਤੁਸੀਂ ਟਾਈਪ ਕਰੋ News18 ਸਪੇਸ ਦੇ ਕੇ PHH ਸਪੇਸ ਦੇ ਕੇ Y। ਜੇਕਰ ਤੁਹਾਨੂੰ ਲੱਗਦਾ ਹੈ ਕਿ ਨਹੀਂ ਇਹ ਫਾਰਮੂਲਾ ਕੰਮ ਨਹੀਂ ਕਰਨ ਵਾਲਾ, ਤਾਂ ਫਿਰ ਟਾਈਪ ਕਰੋ News18 ਸਪੇਸ ਦੇ ਕੇ PHH ਸਪੇਸ ਦੇ ਕੇ N। ਇਸ ਨੂੰ ਭੇਜ ਦਿਓ 56677 ਦੇ ਉੱਤੇ। ਅਸੀਂ ਤੁਹਾਡੀ ਰਾਏ ਇਸ ਪ੍ਰੋਗਰਾਮ ਦੇ ਆਖਿਰ ਦੇ ਵਿੱਚ ਤੁਹਾਡੇ ਸਾਹਮਣੇ ਰੱਖਾਂਗੇ। ਇੱਕ ਹੋਰ ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ, ਫੌਰਨ ਹਾਜ਼ਰ ਹੋਵਾਂਗੇ, ਚਰਚਾ ਨੂੰ ਅੱਗੇ ਵਧਾਵਾਂਗੇ। ब्रेक तो बाद एक बार फिर तो तुहाडा स्वागत है प्राइम टाइम दे विच। अज असीं चर्चा एक बार मुड़ तो किसानां दे मुद्दे दे उत्ते कर रहे हां ते सवाल ही कि हुण हल होवेगा किवें, हल दे वल वधांगे किवें। मेहमान लगातार साडे नाल जुड़े हुए ने। इस सेगमेंट दी शुरुआत रजिंदर जी किसान आगू साडे नाल ने। मैं उन्हां तो ही रजिंदर जी ब्रेक तो पहलां तुसीं जिक्र कर रहे सी सुप्रीम कोर्ट वाला, जो मेरा सवाल सी
ਹੁਣ ਸਵਾਲ ਇਹ ਵੀ ਹੈ ਕਿ ਕਿਸਾਨ ਜਥੇਬੰਦੀਆਂ ਨੂੰ ਜਾਂ ਤੁਹਾਨੂੰ ਸੁਪਰੀਮ ਕੋਰਟ ਤੇ ਭਰੋਸਾ ਨਹੀਂ, ਇਸ ਕਰਕੇ ਤੁਸੀਂ ਸੁਪਰੀਮ ਕੋਰਟ ਦਾ ਰੁਖ ਨਹੀਂ ਕੀਤਾ, ਕਿਉਂਕਿ ਸੁਪਰੀਮ ਕੋਰਟ 'ਚ ਆਲਰੇਡੀ ਮਾਮਲਾ ਹੈ। ਜਦੋਂ ਉੱਥੇ ਹੀਅਰਿੰਗ ਹੋਈ ਤਾਂ ਉਸ ਤੋਂ ਬਾਅਦ ਕਿਸਾਨ ਆਗੂਆਂ ਨੇ ਕਿਹਾ ਕਿ ਠੀਕ ਹੈ, ਅਸੀਂ ਉਹਨਾਂ ਦੀ ਟਿੱਪਣੀਆਂ ਦਾ ਸਨਮਾਨ ਕਰਦੇ ਹਾਂ ਔਰ ਸਾਨੂੰ ਆਪਣੀ ਜਿੱਤ ਨਜ਼ਰ ਆਉਂਦੀ ਹੈ ਉਸ ਦੇ ਵਿੱਚ ਜੋ ਸੁਪਰੀਮ ਕੋਰਟ ਨੇ ਟਿੱਪਣੀਆਂ ਕੀਤੀਆਂ। ਪਰ ਤੁਸੀਂ ਕਹਿ ਰਹੇ ਹੋ ਕਿ ਨਹੀਂ, ਸਾਨੂੰ ਉੱਥੇ ਜਾਣਾ ਠੀਕ ਨਹੀਂ ਲੱਗ ਰਿਹਾ। ਦੇਖੋ, ਅਸੀਂ ਸੁਪਰੀਮ ਕੋਰਟ ਵੱਲ ਰੁਖ ਨਹੀਂ ਕੀਤਾਗਾ। ਮੈਂ ਪਹਿਲਾਂ ਹੀ ਕਿਹਾ ਕਿ ਸਾਡਾ ਸਭ ਤੋਂ ਵੱਡਾ ਯਕੀਨ ਜਿਹੜਾ ਲੋਕਾਂ ਦੇ ਵਿੱਚ ਆ, ਔਰ ਇਹ ਜੋ ਕੁਝ ਵੀ ਹੁਣ ਤੱਕ ਵਾਪਰਿਆ ਉਹ ਲੋਕਾਂ ਦੀ ਤਾਕਤ ਦੇ ਨਾਲ ਵਾਪਰਿਆ। ਚਾਹੀਦਾ ਤਾਂ ਇਹ ਸੀਗਾ ਕਿ ਸੁਪਰੀਮ ਕੋਰਟ ਇਸ ਕੇਸ ਦੀ ਇਹਨਾਂ ਕਾਨੂੰਨ ਦੀ ਸੂਓ ਮੋਟੋ ਨੋਟਿਸ ਲੈਂਦੇ ਔਰ ਇਹਨਾਂ ਨੂੰ ਰਿਪੀਲ ਕਰ ਦਿੰਦੇ, ਕਿਉਂਕਿ ਜੇ ਕਨਸਟੀਟਿਊਸ਼ਨ ਦੀ ਜਿਹੜੀ ਰਾਖੀ ਵਾਸਤੇ ਸੁਪਰੀਮ ਕੋਰਟ ਹੈ ਔਰ ਕਨਸਟੀਟਿਊਸ਼ਨ ਦੀ ਬਿਲਕੁਲ ਗ੍ਰੌਸ ਵਾਇਓਲੇਸ਼ਨ ਹੋਈ ਹੈ ਇਹਨਾਂ ਕਾਨੂੰਨਾਂ ਦੇ ਤਹਿਤ, ਔਰ ਸਟੇਟ ਦੇ ਜਿਹੜੇ ਰਾਈਟਸ ਆ ਉਹ 'ਚ ਬਹੁਤ ਜਿਹੜੀ ਇਨਕਰੋਚਮੈਂਟ ਹੋਈ ਆ, ਦਖਲਅੰਦਾਜ਼ੀ ਹੋਈ ਆ, ਇਹ ਸਾਰੇ ਲੋਕਾਂ ਨੂੰ ਪਤਾ ਹੈਗਾ। ਇਸ ਕਰਕੇ ਇਸ ਦੇਸ਼ ਦੇ ਵਿੱਚ ਜਿਹੜਾ ਕੋਈ ਵੀ ਸੰਵਿਧਾਨਕ ਅਦਾਰਾ ਉਹਦੇ ਤੇ ਲੋਕਾਂ ਨੂੰ ਤਾਂ ਹੀ ਯਕੀਨ ਵੱਜੂਗਾ ਜੇ ਉਹ ਆਪਣੀ ਉਹ ਜ਼ਿੰਮੇਵਾਰੀ ਨਿਭਾ ਰਿਹਾ ਹੋਊਗਾ। ਜੇਕਰ ਸੁਪਰੀਮ ਕੋਰਟ ਸੂਓ ਮੋਟੋ ਨੋਟਿਸ ਲੈ ਕੇ ਕਾਨੂੰਨਾਂ ਨੂੰ ਰੱਦ ਕਰ ਦਿੰਦੇ ਤਾਂ ਯਕੀਨਨ ਤੌਰ ਤੇ ਉਹਨਾਂ ਜਿਹੜਾ ਯਕੀਨ ਸੀਗਾ ਵੱਜਣਾ ਸੀਗਾ। ਜਿੱਥੋਂ ਤੱਕ ਸਾਡੇ ਉੱਥੇ ਜਾਣ ਦਾ ਮੇਰਾ ਸਵਾਲ ਬਹੁਤ ਸਪਸ਼ਟ ਹੈ ਸਰ, ਕਿ ਹੁਣ ਤੁਹਾਨੂੰ ਯਕੀਨ ਨਹੀਂ ਸੁਪਰੀਮ ਕੋਰਟ ਦੇ ਉੱਤੇ, ਕਿਉਂਕਿ ਜੇ ਸੁਪਰੀਮ ਕੋਰਟ ਨੇ ਆਰਡਰ ਕੋਈ ਦਿੱਤਾ ਜਾਂ ਹੁਣ ਤੱਕ ਦੀਆਂ ਜਿਹੜੀਆਂ ਟਿੱਪਣੀਆਂ ਹੋਈਆਂ ਨੇ, ਦੋ ਹੀਅਰਿੰਗਸ ਹੋਈਆਂ ਨੇ, ਹੁਣ ਤੱਕ ਦੀਆਂ ਜੋ ਟਿੱਪਣੀਆਂ ਹੋਈਆਂ ਨੇ ਤੁਹਾਡੇ ਸਾਰੇ ਜਥੇਬੰਦੀਆਂ ਦੇ ਆਗੂਆਂ ਨੇ ਬਹੁਤ ਵੈਲਕਮ ਕੀਤਾ ਉਸ ਦਾ। ਨਹੀਂ, ਦੇਖੋ ਗੱਲ ਇਹ ਹੈਗੀ ਕਿ ਮਾਮਲਾ ਇੱਕ ਟਿੱਪਣੀ ਦਾ ਨਹੀਂ ਹੈ ਜਾਂ ਇੱਕ ਟਿੱਪਣੀ ਦਾ ਮਾਮਲਾ ਨਹੀਂ ਹੈ। ਮਾਮਲਾ ਇਹ ਹੈਗਾ ਕਿ ਜਿਹੜਾ ਸਮੁੱਚੇ ਕਾਨੂੰਨ ਨੇ ਇਹਨਾਂ ਦੇ ਉੱਪਰ ਅਸੀਂ ਕੀ ਜਿਹੜਾ ਮੈਦਾਨ ਯੁੱਧ ਦਾ ਮੈਦਾਨ ਕਿਸ ਨੂੰ ਬਣਾਉਣਾ ਚਾਹੁੰਦੇ ਆ, ਸੁਪਰੀਮ ਕੋਰਟ ਨੂੰ ਜਾਂ ਸੜਕਾਂ ਨੂੰ? ਅਸੀਂ ਫਿਲਹਾਲ ਯੁੱਧ ਦਾ ਮੈਦਾਨ ਜਿਹੜਾ ਸੜਕਾਂ ਨੂੰ ਬਣਾਇਆ ਹੋਇਆ, ਔਰ ਹੁਣ ਤੱਕ ਜੋ ਕੁਝ ਵਾਪਰਿਆ ਤੁਸੀਂ ਇਹ ਦੇਖੋ ਕਿ ਜਿਹੜੀ ਕੇਂਦਰ ਸਰਕਾਰ ਇਹ ਕਹਿੰਦੀ ਸੀ ਕਿ ਕਾਨੂੰਨ ਬਿਲਕੁਲ ਠੀਕ ਆ, ਉਹਨਾਂ ਨੇ ਸਾਡੇ ਨਾਲ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਸਾਨੂੰ ਸਮਝਾਉਣ ਦੇ ਲਈ, ਔਰ ਸਾਨੂੰ ਸਮਝਾਉਂਦੇ ਅਸੀਂ ਉਹਨਾਂ ਨੂੰ ਇੰਨਾ ਸਮਝਾਤਾ ਕਿ ਉਹਨਾਂ ਨੂੰ ਮੰਨਣ ਵਾਸਤੇ ਮਜਬੂਰ ਹੋਣਾ ਪਿਆ ਕਿ ਕਾਨੂੰਨ ਗਲਤ ਨੇ ਔਰ ਇਹਦੇ 'ਚ ਅਸੀਂ ਸੋਧਾਂ ਕਰਨ ਨੂੰ ਤਿਆਰ ਹਾਂ। ਅਸੀਂ ਜੇ ਉਹਨਾਂ ਨੂੰ ਇਹ ਇੰਨਾ ਮਨਾ ਲਿਆ ਕਿ ਕਾਨੂੰਨ ਗਲਤ ਆ ਤੇ ਇਹ ਵੀ ਅਸੀਂ ਆਪਣੇ ਸੰਘਰਸ਼ ਰਾਹੀਂ ਮਨਾ ਲੈਣਾ ਕਿ ਕਾਨੂੰਨ ਗੈਰ ਸੰਵਿਧਾਨਕ ਆ ਔਰ ਉਹਨਾਂ ਨੂੰ ਰੱਦ ਕਰਨ ਵਾਸਤੇ ਵੀ ਜਿਹੜਾ ਮਜਬੂਰ ਕਰ ਲੈਣਾ, ਫਿਰ ਸਾਨੂੰ ਸੁਪਰੀਮ ਕੋਰਟ ਜਾਣ ਦੀ ਜ਼ਰੂਰਤ ਹੀ ਨਹੀਂ ਹੈ। ਜੀ ਚਲੋ ਠੀਕ ਹੈ, ਤੁਸੀਂ ਇਹ ਜ਼ਿਕਰ ਕਰ ਰਹੇ ਹੋ, ਮੈਂ ਗਰੇਵਾਲ ਸਾਹਿਬ ਦਾ ਇੱਕ ਰਿਐਕਸ਼ਨ ਲਵਾਂ। ਗਰੇਵਾਲ ਸਾਹਿਬ ਦੇਖੋ, ਲਗਾਤਾਰ ਕਿਸਾਨ ਜਥੇਬੰਦੀਆਂ ਇਹ ਕਹਿ ਰਹੀਆਂ ਨੇ ਕਿ ਤੁਸੀਂ ਸੰਵਿਧਾਨ ਦੇ ਉਲਟ ਜਾ ਕੇ ਇਹ ਫੈਸਲੇ ਕੀਤੇ ਨੇ ਜਾਂ ਖੇਤੀ ਕਾਨੂੰਨ ਬਣਾਏ ਨੇ। ਲੋਕ ਕਿ ਜਦੋਂ ਸਰਕਾਰ ਕੋਈ ਕਾਨੂੰਨ ਬਣਾਉਂਦੀ ਆ ਤਾਂ ਬਰਾਬਰ ਉਹਦੀ ਇੱਕ ਵਿਵਸਥਾ ਔਰ ਲਾਅ ਸੈਕਟਰੀ ਵੀ ਗਵਰਨਮੈਂਟ ਆਫ ਇੰਡੀਆ ਦਾ ਲਾਅ ਡਿਪਾਰਟਮੈਂਟ ਵੀ ਆ, ਉਹ ਵੀ ਸਲਾਹ ਮਸ਼ਵਰਾ ਦਿੰਦੇ ਆ ਤੇ ਰਾਜਾਂ ਦੇ ਅਧਿਕਾਰਾਂ 'ਚ ਬਿਲਕੁਲ ਦਖਲਅੰਦਾਜ਼ੀ ਨਹੀਂ ਹੋਈ। ਜੇ ਹੋਈ ਹੁੰਦੀ ਤਾਂ ਕੈਪਟਨ ਅਮਰਿੰਦਰ ਸਿੰਘ ਜੀ ਔਰ ਉਸ ਵੇਲੇ ਦੀ ਬਾਕੀ ਸਰਕਾਰਾਂ ਜਿਹੜੀਆਂ ਕਾਂਗਰਸ ਦੀਆਂ ਹੈਗੀਆਂ ਨੇ ਰਾਜਸਥਾਨ ਵਗੈਰਾ, ਉਹਨਾਂ ਨੇ ਚਲੇ ਜਾਣਾ ਸੀ ਸੁਪਰੀਮ ਕੋਰਟ। ਤੇ ਇਹਨਾਂ ਨੂੰ ਤਾਂ ਚਲੋ ਇਹ ਤਾਂ ਕਹਿ ਰਹੇ ਵੀ ਸਾਨੂੰ ਤਾਂ ਵਿਸ਼ਵਾਸ ਨਹੀਂ ਹੈ, ਕੋਈ ਗੱਲ ਨਹੀਂ, ਇਹ ਜੋ ਟਿੱਪਣੀ ਕਰ ਰਹੇ ਮੈਂ ਨਹੀਂ ਉਹਦੇ 'ਤੇ ਟਿੱਪਣੀ ਕਰਨੀ। ਪਰ ਸੁਪਰੀਮ ਕੋਰਟ ਜਿਹੜੀ ਆ ਉਹ ਅੱਜ ਤੱਕ ਦਾ ਜਿਹੜਾ ਇਤਿਹਾਸ ਆ, ਤੇ ਫਿਰ ਸਾਨੂੰ ਸਾਡੇ ਲੋਕਤੰਤਰ 'ਚ ਵੀ ਵਿਸ਼ਵਾਸ ਨਹੀਂ ਜੇ ਸੰਵਿਧਾਨਕ ਸੰਸਥਾਵਾਂ 'ਤੇ ਸਾਡਾ ਵਿਸ਼ਵਾਸ ਉੱਠ ਰਿਹਾ। ਤੇ ਇਸ ਲਈ ਇਹੋ ਜਿਹੀਆਂ ਟਿੱਪਣੀਆਂ ਨਹੀਂ ਕਰਨੀਆਂ ਚਾਹੀਦੀਆਂ, ਬੜੀ ਮੰਦਭਾਗੀ ਗੱਲ ਆ। ਪਰ ਸਰਕਾਰ ਕਿਸਾਨ ਦੇ ਲਈ ਸੁਹਿਰਦ ਆ ਔਰ ਸਰਕਾਰ ਉਹਨਾਂ ਲੋਕਾਂ ਦਾ, ਕਿਸਾਨਾਂ ਦਾ ਸਨਮਾਨ ਕਰ ਰਹੀ ਹੈ। ਇਹ ਨਹੀਂ ਕਹਿਣਾ ਚਾਹੀਦਾ ਕਿ ਠੀਕ ਹੈ। ਮੈਂ ਇੱਕ ਰਿਐਕਸ਼ਨ ਲੈਣਾ, ਮੈਂ ਰਜਿੰਦਰ ਜੀ ਤੋਂ ਇੱਕ ਰਿਐਕਸ਼ਨ ਲੈਣਾ, ਉਸ ਤੋਂ ਬਾਅਦ ਮੈਂ ਦੂਜੇ ਮਹਿਮਾਨਾਂ ਦਾ ਰੁਖ ਕਰਦਾ। ਰਜਿੰਦਰ ਜੀ ਦੇਖੋ, ਜੀ ਰਜਿੰਦਰ ਜੀ ਦੇਖੋ, ਲਗਾਤਾਰ ਇਹ ਜ਼ਿਕਰ ਹੋ ਰਿਹਾ ਹੈ ਲੋਕਤੰਤਰ ਦੇ ਵਿੱਚ ਪ੍ਰਦਰਸ਼ਨ ਕਰਨ ਦਾ ਹੱਕ ਹੈ ਸਾਨੂੰ, ਸ਼ਾਂਤਮਈ ਪ੍ਰਦਰਸ਼ਨ ਆਪਾਂ ਕਰ ਵੀ ਰਹੇ ਹਾਂ, ਪਰ ਹੁਣ ਸਵਾਲ ਉਹੀ ਆ ਜਾਂਦਾ ਨਾ ਕਿ ਕਾਨੂੰਨ ਦੇ ਉੱਤੇ ਜਾਂ ਕਹੀਏ ਕਿ ਸਾਨੂੰ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਦੇ ਉੱਤੇ ਤਾਂ ਭਰੋਸਾ ਕਰਨਾ ਹੀ ਹੋਏਗਾ। ਨਹੀਂ ਦੇਖੋ, ਮੈਂ ਤੁਸੀਂ ਪਹਿਲਾਂ ਕਿਹਾ ਵੀ ਸੁਪਰੀਮ ਕੋਰਟ ਕਿਉਂ ਨਹੀਂ ਜਾਂਦੇ, ਅਸੀਂ ਕਿਹਾ ਕਿ ਅਸੀਂ ਜਿਹੜਾ ਹੈਗਾ ਅਸੀਂ ਇਹਨਾਂ ਕਾਨੂੰਨਾਂ ਦੇ ਉੱਪਰ ਜਿਹੜਾ ਇੱਕ ਡੈਮੋਕ੍ਰੈਟਿਕ ਵੇ ਆ ਉਸ ਤਰੀਕੇ ਨਾਲ ਸੰਘਰਸ਼ ਕਰ ਰਹੇ ਹੈਗੇ ਆ। ਸੁਪਰੀਮ ਕੋਰਟ ਲਾਸਟ ਰਿਜ਼ੋਰਟ ਹੋ ਸਕਦੀ ਹੈਗੀ ਆ, ਪਰ ਫਿਲਹਾਲ ਸਾਡਾ ਜਿਹੜਾ ਯਕੀਨ ਆ ਉਹ ਲੋਕਾਂ ਤੇ ਆ। ਹੁਣ ਤੱਕ ਸੰਘਰਸ਼ ਦੇ ਵਿੱਚ ਜੋ ਕੁਝ ਹਾਸਲ ਹੋਇਆ ਉਹ ਲੋਕਾਂ ਦੇ ਸੰਘਰਸ਼ ਰਾਹੀਂ ਹੋਇਆ। ਜੇ ਅਸੀਂ ਸੰਘਰਸ਼ ਰਾਹੀਂ ਕਾਨੂੰਨ ਰੱਦ ਕਰਵਾ ਸਕਦੇ ਆ ਔਰ ਸਰਕਾਰ ਜਿਹੜੀ ਕਹਿੰਦੀ ਕਿ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਆ, ਵੀ ਉਹ ਕਹਿੰਦੀ ਅਸੀਂ ਲੋਕਾਂ ਨੇ ਸਾਨੂੰ ਚੁਣਿਆ ਤੇ ਇਹ ਸੰਘਰਸ਼ ਦੇ ਵਿੱਚ ਵੀ ਤਾਂ ਲੋਕ ਆ, ਉਹ ਲੋਕਾਂ ਦੀ ਗੱਲ ਸੁਣ, ਤਾਂ ਇਹਦੇ ਵਾਸਤੇ ਅਸੀਂ ਸੁਪਰੀਮ ਕੋਰਟ ਜਾਈਏ, ਸਾਲਾਂ ਬੱਧੀ ਕੇਸ ਲਮਕਦਾ ਰਵੇ, ਉਹਦਾ ਕੋਈ ਮਤਲਬ ਨਹੀਂ ਬਣਦਾਗਾ। ਸਰਕਾਰ ਕੋਈ ਰੱਦ ਕਰ ਸਕਦੀ, ਰੱਦ ਕਰੇ ਕਿਉਂ? ਤੁਹਾਡਾ ਪੁਆਇੰਟ ਵੈਲਿਡ ਹੈ ਕਿ ਦੋ ਰਾਹ ਸੀਗੇ
ਲੋਕਤੰਤਰ ਦੇ ਵਿੱਚ ਦੋ ਰਾਹ ਨੇ, ਜਾਂ ਤਾਂ ਤੁਸੀਂ ਅਦਾਲਤ ਦਾ ਰੁਖ ਕਰ ਲਓ ਜਾਂ ਫਿਰ ਤੁਸੀਂ ਸੰਘਰਸ਼ ਦਾ ਰੁਖ ਕਰ ਲਓ। ਤਾਂ ਕਿਸਾਨ ਜਥੇਬੰਦੀਆਂ ਨੇ ਸੰਘਰਸ਼ ਵਾਲਾ ਰਾਹ ਚੁਣਿਆ ਤੇ ਲਗਾਤਾਰ ਧਰਨਾ ਪ੍ਰਦਰਸ਼ਨ ਕਰ ਰਹੇ ਨੇ। ਸਰਕਾਰ ਨਾਲ ਗੱਲਬਾਤ ਵੀ ਹੋ ਰਹੀ ਹੈ, ਜੋ ਤੁਸੀਂ ਜ਼ਿਕਰ ਕਰ ਰਹੇ ਹੋ। ਸਵੈਜ ਸਾਹਿਬ ਦਾ ਇੱਕ ਰਿਐਕਸ਼ਨ। ਸਵੈਜ ਸਾਹਿਬ, ਪਹਿਲਾਂ ਤਾਂ ਇਹ ਕਲੀਅਰ ਅੱਜ ਹੋਣਾ ਚਾਹੀਦਾ ਹੈ, ਕਿਉਂਕਿ ਲਗਾਤਾਰ ਅਸੀਂ ਸੋਸ਼ਲ ਮੀਡੀਆ ਤੇ ਵੀ ਪੜ੍ਹਦੇ ਹਾਂ, ਸੁਣਦੇ ਹਾਂ, ਕਿਸਾਨ ਆਗੂ ਵੀ ਕਹਿੰਦੇ ਨੇ ਕਿ ਅਨਕਨਸਟੀਟਿਊਸ਼ਨਲ ਹੈ ਇਹ, ਕਿ ਜੇ ਅਨਕਨਸਟੀਟਿਊਸ਼ਨਲ ਹੈ ਤਾਂ ਪੰਜਾਬ ਸਰਕਾਰ ਕਿਉਂ ਅਦਾਲਤ ਨਹੀਂ ਜਾ ਰਹੀ? ਪੰਜਾਬ ਸਰਕਾਰ ਨੂੰ ਪਤਾ ਹੈ ਕਿ ਜੇਕਰ ਗੈਰ ਸੰਵਿਧਾਨਿਕ ਹੈ ਤਾਂ ਫਿਰ ਤੁਹਾਡਾ ਤਾਂ 7-8 ਹਜ਼ਾਰ ਕਰੋੜ ਦਾ ਨੁਕਸਾਨ ਹੋਣਾ ਹੈ। ਮੰਡੀ ਸਿਸਟਮ ਜੇ ਖਤਮ ਹੋ ਗਿਆ ਤਾਂ ਤੁਹਾਨੂੰ ਵੀ ਪਤਾ ਇਸ ਚੀਜ਼ ਦਾ। ਤਾਂ ਹੁਣ ਤੱਕ ਪੰਜਾਬ ਸਰਕਾਰ, ਇੰਨੀ ਵੱਡੀ ਟੀਮ ਹੈ ਸਿਰ ਤੁਹਾਡੇ ਕੋਲ ਵਕੀਲਾਂ ਦੀ, ਹੁਣ ਤੱਕ ਤੁਸੀਂ ਅਦਾਲਤ ਦਾ ਰੁਖ ਕਿਉਂ ਨਹੀਂ ਕੀਤਾ? ਜਾਂ ਤੁਸੀਂ ਕਹੋ ਕਿ ਗੈਰ ਸੰਵਿਧਾਨਿਕ ਨਹੀਂ ਹੈ? ਗੌਰਵ ਜੀ, ਜਿਵੇਂ ਕਿਸਾਨਾਂ ਕੋਲ ਦੋ ਆਪਸ਼ਨਾਂ ਸੀਗੀਆਂ ਕਿ ਸੰਘਰਸ਼ ਰਾਹੀਂ ਕਾਨੂੰਨ ਵਾਪਸ ਕਰਾਉਣ ਜਾਂ ਸੁਪਰੀਮ ਕੋਰਟ ਰਾਹੀਂ ਇਹਨਾਂ ਨੂੰ ਗੈਰ ਸੰਵਿਧਾਨਕ ਕਰਾਰ ਦੇਣ, ਇਸੇ ਤਰ੍ਹਾਂ ਪੰਜਾਬ ਸਰਕਾਰ ਕੋਲ ਵੀ ਸੰਵਿਧਾਨਕ ਅਧਿਕਾਰ ਸੀਗਾ ਕਿ ਆਪਦੀ ਸਟੇਟ ਵਿਧਾਨ ਸਭਾ ਦੇ ਵਿੱਚ ਸੰਵਿਧਾਨ ਦੇ ਜਿਹੜੇ ਅਧਿਕਾਰ ਖੇਤਰ ਸਾਡਾ ਵਿਧਾਨ ਸਭਾ ਦਾ ਹੈਗਾ ਉਹਦੇ ਅਖਤਿਆਰ ਵਰਤਦੇ ਹੋਏ ਅਸੀਂ ਇਹਨਾਂ ਕਾਨੂੰਨਾਂ ਦੇ ਖਿਲਾਫ ਜਿਹੜਾ ਹੈਗਾ ਆਪਣੇ ਤੌਰ ਤੇ ਜਿਹੜੀ ਹੈਗੀਆਂ ਸਟੇਟ ਦੇ ਵਿੱਚ ਆਪਾਂ ਅਮੈਂਡਮੈਂਟ ਜਿਹੜੇ ਐਕਟ ਪਾਸ ਕੀਤੇ ਆ ਉੱਥੇ ਇਹਨਾਂ ਨੂੰ ਰਿਜੈਕਟ ਕੀਤਾ ਹੈਗਾ। ਉਹ ਅਸੀਂ ਆਪਣੀ ਸੰਵਿਧਾਨਕ ਜਿਹੜਾ ਅਧਿਕਾਰ ਸੀਗਾ। ਠੀਕ ਹੈ ਸਵੈਜ ਸਾਹਿਬ, ਮੈਂ ਮਾਫੀ ਚਾਹੁੰਦਾ ਵਿਚਾਲੇ ਰੋਕ ਰਹੇ ਹਾਂ, ਪਰ ਦੇਖੋ ਕਿਸਾਨ ਕਹਿ ਰਹੇ ਨੇ ਕਿ ਅਸੀਂ ਜਿਹੜਾ ਸੰਘਰਸ਼ ਵਾਲਾ ਰਾਹ ਚੁਣਿਆ ਉਸ ਦੇ ਵਿੱਚ ਸਾਨੂੰ ਇਹ ਫਾਇਦਾ ਹੋ ਗਿਆ ਕਿ ਸਰਕਾਰ ਹੁਣ ਦੇਖੋ ਸੋਧਾਂ ਦੇ ਉੱਤੇ ਤਾਂ ਆ ਗਈ, ਜਿਹੜੀ ਕਹਿੰਦੀ ਸੀ ਕਿ ਬਿਲਕੁਲ ਖੇਤੀ ਕਾਨੂੰਨ ਉਹਨਾਂ ਦੇ ਪੱਖ ਦੇ ਵਿੱਚ ਨੇ। ਜਿਹੜਾ ਤੁਸੀਂ ਅਮੈਂਡਮੈਂਟ ਕੀਤੀ ਜਾਂ ਕਾਨੂੰਨ ਰੱਦ ਕੀਤੇ ਉਸ ਦੇ ਨਾਲ ਕਿਸਾਨਾਂ ਨੂੰ ਕੀ ਫਾਇਦਾ ਹੋਇਆ? ਉਸ ਦੇ ਨਾਲ ਇਹ ਫਾਇਦਾ ਹੋਏਗਾ ਕਿ ਪੰਜਾਬ ਦੇ ਵਿੱਚ ਇਹ ਕਾਨੂੰਨ ਜੋ ਪੰਜਾਬ ਦੇ ਵਿੱਚ ਪਾਸ ਹੋਇਆ ਹੈ, ਜੋ ਪੰਜਾਬ ਵਿਧਾਨ ਸਭਾ ਨੇ ਪਾਸ ਕੀਤਾ ਹੈਗਾ, ਅਗਰ ਉਹਦੇ ਤੇ ਰਾਸ਼ਟਰਪਤੀ ਦੀ ਮੋਹਰ ਲੱਗ ਜਾਂਦੀ ਹੈ ਜੋ ਕਿ ਸੰਵਿਧਾਨ ਮੁਤਾਬਕ ਬਣਦੀ ਹੈਗੀ ਹੈ, ਅਗਰ ਬੀਜੇਪੀ ਸਰਕਾਰ, ਮੋਦੀ ਸਰਕਾਰ ਆਪਦਾ ਪੋਲੀਟੀਕਲ ਇਨਫਲੂਐਂਸ ਜਿਹੜਾ ਹੈਗਾ ਉਹ ਸਰ ਤੁਹਾਨੂੰ ਪਹਿਲਾਂ ਵੀ ਪਤਾ ਸੀ ਕਿ ਨਹੀਂ, ਬਹੁਤ ਡਿਫਿਕਲਟ ਹੈ ਨਾ ਸਰ, ਉਹ ਕਿੱਥੇ ਲੱਗੇਗੀ ਮੋਹਰ? ਫਿਰ ਉਸ ਤੋਂ ਬਾਅਦ ਅਸੀਂ ਲਗਾਤਾਰ ਆਪ ਕਹਿੰਦੇ ਹੋ ਕਿ ਰਾਜਪਾਲ ਜੀ ਕੋਲ ਪਏ ਨੇ, ਅੱਗੇ ਗਏ ਨਹੀਂ, ਰਾਜਪਾਲ ਕੋਲ ਪਏ ਨੇ, ਅੱਗੇ ਗਏ ਨਹੀਂ। ਉਹ ਪਹਿਲਾਂ ਹੀ ਪਤਾ ਸੀ ਸਰ ਤੁਹਾਨੂੰ ਕਿ ਨਹੀਂ ਜਾ ਸਕਦੇ, ਅੱਗੇ ਕਿਵੇਂ ਵਧਣਗੇ? ਰਾਸ਼ਟਰਪਤੀ ਸਰ, ਅਗਰ ਰਾਸ਼ਟਰਪਤੀ ਜੀ ਮੋਹਰ ਨਹੀਂ ਲਾਉਂਦੇ ਤਾਂ ਪੰਜਾਬ ਸਰਕਾਰ ਸੁਪਰੀਮ ਕੋਰਟ ਜਾ ਸਕਦੀ ਹੈਗੀ ਹੈ, ਆਪਣਾ ਸੰਵਿਧਾਨਕ ਹੱਕ ਵਰਤ ਕੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਪਾ ਸਕਦੀ ਹੈ ਕਿ ਅਸੀਂ ਆਪਦੇ ਸੰਵਿਧਾਨ ਮੁਤਾਬਕ ਆਪਣਾ ਹੱਕ ਜਿਹੜਾ ਹੈ ਬਰਾੜ ਸਾਹਿਬ, ਪਾਵਰ ਜਿਹੜੀ ਹੈ, ਠੀਕ ਹੈ, ਮੈਂ ਸਰ ਤੁਹਾਡੇ ਕੋਲ ਆਣਾ ਚਰਨਜੀਤ ਬਰਾੜ ਨੇ ਸਾਡੇ ਨਾਲ ਅਕਾਲੀ ਦਲ। ਬਰਾੜ ਸਾਹਿਬ, ਮੈਂ ਲਗਾਤਾਰ ਪੰਜਾਬ ਸਰਕਾਰ ਦੀ ਭੂਮਿਕਾ, ਮੈਂ ਇਸ ਦੇ ਉੱਤੇ ਸਵਾਲ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਸਰਕਾਰ ਨੇ ਜਿਹੜਾ ਰਾਹ ਚੁਣਿਆ ਬਿਲਕੁਲ ਸਹੀ ਸੀ? ਮੈਂ ਇਸ ਕਰਕੇ ਕਹਿ ਰਿਹਾ ਕਿ ਜਦੋਂ ਲੜਾਈਆਂ ਹੁੰਦੀਆਂ ਨੇ ਜਾਂ ਕੋਈ ਸੰਘਰਸ਼ ਹੁੰਦੇ ਨੇ ਤਾਂ ਹਰ ਇੱਕ ਮੋਰਚੇ ਦੇ ਉੱਤੇ ਲੜੇ ਜਾਂਦੇ ਨੇ, ਉਹ ਇੱਕ ਮੋਰਚੇ ਤੇ ਤਾਂ ਨਹੀਂ ਲੜੇ ਜਾ ਸਕਦੇ। ਹੁਣ ਕਿਸਾਨਾਂ ਨੇ ਸੰਘਰਸ਼ ਵਾਲਾ ਰਾਹ ਚੁਣ ਲਿਆ ਤਾਂ ਤੁਹਾਨੂੰ ਲੱਗਦਾ ਕਿ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਸੀ ਕਿ ਸੁਪਰੀਮ ਕੋਰਟ ਚਲੇ ਜਾਂਦੀ ਪੰਜਾਬ ਸਰਕਾਰ, ਕਿ ਦੂਜਾ ਮੋਰਚਾ ਖੁਦ ਸੰਭਾਲ ਲੈਂਦੀ, ਕਿ ਜੇ ਉਧਰੋਂ ਸਟੇ ਲੱਗ ਜਾਏ ਤਾਂ ਫਿਰ ਗੱਲ ਖਤਮ ਹੋ ਗਈ? ਗੌਰਵ ਜੀ ਮੇਰੀ ਇੱਕ ਬੇਨਤੀ ਹੈ, ਪੰਜਾਬ ਸਰਕਾਰ ਨੇ ਕਾਨੂੰਨ ਪਾਸ ਜਿਹੜੇ ਆਪ ਕੀਤੇ, ਮੀਟਿੰਗਾਂ ਦੇ ਵਿੱਚ ਹਿੱਸਾ ਲਿਆ, ਦੂਜਾ ਤੀਜਾ, ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਇਸ ਪਾਸੇ ਨਾ ਤੋਰੋ, ਸਾਨੂੰ ਆਪਸ ਚ ਨਾ ਲੜਾਓ। ਪਰ ਮੈਂ ਨਹੀਂ ਬਰਾੜ ਸਾਹਿਬ, ਦੇਖੋ ਚਰਚਾ ਤਾਂ ਐਵੇਂ ਹੁੰਦੀ ਹੈ ਨਾ, ਤੁਸੀਂ ਕਹਿ ਰਹੇ ਹੋ ਆਪਾਂ ਲੜਾਉਣ ਵਾਲਾ ਕੋਈ ਨਹੀਂ, ਤੁਸੀਂ ਆਪਣੀ ਗੱਲ ਰੱਖ ਰਹੇ ਹੋ, ਆਪਣੀ ਗੱਲ ਰੱਖ ਰਹੇ ਨੇ। ਮੇਰਾ ਪੁਆਇੰਟ ਇਹ ਹੈ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਵਾਕਈ ਹੀ ਇਹ ਆਪਸ਼ਨ ਨਹੀਂ ਸੀ। ਹੁਣ ਸ਼੍ਰੋਮਣੀ ਅਕਾਲੀ ਦਲ ਕੋਲ ਕੋਈ ਆਪਸ਼ਨ ਹੋਵੇ ਕਿ ਉਹਨਾਂ ਨੂੰ ਨਹੀਂ ਅਪਣਾਉਣਾ ਚਾਹੀਦਾ? ਮੇਰੀ ਇੱਕ ਬੇਨਤੀ ਹੈ, ਮਾਨਯੋਗ ਸੁਪਰੀਮ ਕੋਰਟ, ਹਾਲਾਂਕਿ ਸਾਡਾ ਟਿੱਪਣੀ ਕਰਨ ਦਾ ਕੋਈ ਫਰਜ਼ ਨਹੀਂ ਬਣਦਾ, ਮੇਰਾ ਖਿਆਲ ਹੈ ਕਿ ਸਵੈਜ ਸਾਹਿਬ ਵੀ ਇੱਕ ਐਜ਼ ਏ ਵਕੀਲ ਉਹ ਕਿਸੇ ਬੰਦਸ਼ਾ ਚ ਬੱਝੇ ਹੋਏ ਆ, ਨਹੀਂ ਖੁੱਲ ਕੇ ਉਹ ਵੀ ਬੋਲ ਦਿੰਦੇ, ਪਰ ਮੈਂ ਤਾਂ ਬੋਲ ਸਕਦਾ। ਮੈਂ ਇੱਕ ਬੇਨਤੀ ਕਰਾਂ ਕਿ ਸੁਪਰੀਮ ਕੋਰਟ ਸਰਕਾਰ ਨੂੰ ਪੁੱਛਦੀ ਹੈ ਵੀ ਇਹਨੂੰ ਰੋਕਿਆ ਜਾ ਸਕਦਾ ਤੇ ਕਿਉਂ ਨਹੀਂ? ਮਾਨਯੋਗ ਚੀਫ ਜਸਟਿਸ ਸਾਹਿਬ ਨੇ ਸਟੇ ਕੀਤਾ, ਉਹਨਾਂ ਨੂੰ ਦਿਸਦਾ ਨਹੀਂ ਹੈ ਕਿ 40 ਤੋਂ ਵੱਧ ਜਾਨਾਂ ਚਲੀਆਂ ਗਈਆਂ, ਕਿ ਇੱਥੇ ਸੜਕ ਤੇ ਕੋਈ ਕਿਸੇ ਕਿਸਮ ਦਾ ਕੋਈ ਪੋਲਿਊਸ਼ਨ ਦੀ ਗੱਲ ਆ ਜਾਏ, ਦੂਜੀ ਆ ਜਾਏ, ਉਦੋਂ ਤਾਂ ਸੂਮੋਟੋ ਵੀ ਐਕਸ਼ਨ ਲਿਆ ਜਾਂਦਾ। ਤੇ ਅੱਜ ਸਰਕਾਰ ਨੂੰ ਪੁੱਛਣ ਲੱਗੇ ਹੋਇਆ ਕਿਉਂ ਨਹੀਂ ਮਾਨਯੋਗ ਸੁਪਰੀਮ ਕੋਰਟ ਨੇ ਸਟੇ ਕਰਤਾ ਕਿ 40 ਤੋਂ ਵੱਧ ਬੰਦੇ ਜਾਨਾਂ ਗਵਾ ਚੁੱਕੇ ਆ ਔਰ ਕਿੰਨਾ ਹਜ਼ਾਰਾਂ ਕਰੋੜ ਦਾ ਲੋਕਾਂ ਦਾ ਨੁਕਸਾਨ ਹੋ ਹੀ ਜਾ ਰਿਹਾ। ਤੇ ਜਦੋਂ ਡੈਮੋਕ੍ਰੈਟਿਕ ਵੇ ਨਾਲ ਪ੍ਰਧਾਨ ਮੰਤਰੀ ਨਹੀਂ ਮੰਨਦਾ ਤਾਂ ਮਾਨਯੋਗ ਸੁਪਰੀਮ ਕੋਰਟ ਕਿਉਂ ਨਹੀਂ ਫੈਸਲਾ ਲੈ ਸਕਦੀ? ਇਸੇ ਕਰਕੇ ਕਿਸਾਨਾਂ ਨੇ ਜਾਂ ਕਿਸੇ ਵੀ ਧਿਰ ਨੇ ਸੁਪਰੀਮ ਕੋਰਟ ਦਾ ਜਿਹੜਾ ਰੁਖ ਨਹੀਂ ਕੀਤਾ, ਕਿਉਂਕਿ ਸੁਪਰੀਮ ਕੋਰਟ ਦੀ ਜਿਹੜੀ ਭੂਮਿਕਾ ਅੱਜ ਦੀ ਦਿਹਾੜੀ ਮੇਰਾ ਖਿਆਲ ਹੈ ਹਿੰਦੁਸਤਾਨ 'ਚ ਜੋ ਚਰਚਾ ਹੁੰਦੀ ਹੈ ਟੀਵੀ ਤੇ ਬਿਆਨ ਕਰਨ ਯੋਗ ਨਹੀਂ ਆ ਜੋ ਹਾਲਾਤ ਹੈਗੇ ਆ। ਇਸ ਕਰਕੇ ਮੇਰਾ ਖਿਆਲ ਹੈ ਕਿ ਕਿਸਾਨਾਂ ਨੇ ਡੈਮੋਕ੍ਰੈਟਿਕ ਰਾਈਟ ਦੇ ਨਾਲ ਜਿਹੜਾ ਸੰਘਰਸ਼ ਵਿੱਢਿਆ, ਸਾਰਾ ਪੰਜਾਬ ਉਹਦੀ ਹਮਾਇਤ ਕਰਦਾ ਔਰ ਮੋਦੀ ਸਾਹਿਬ ਨੂੰ ਬੇਨਤੀ ਵੀ ਕਰਦੇ ਆ ਕਿ ਕੋਈ ਇਹਦੇ 'ਚ ਕਿਸੇ ਦਾ ਕੋਈ ਨੀਵਾ ਨਹੀਂ ਹੁੰਦਾ। ਕੋਈ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੂੰ ਵੀ ਬੇਨਤੀ ਕਰਦੇ ਆ ਕਿ ਇੱਕ ਵਾਰੀ ਇਹਨੂੰ ਵਾਪਸ ਲੈ ਲਓ, ਅੱਗੇ ਕਮੇਟੀ ਸਾਂਝੀ ਬਣਾ ਦਿਓ, ਦੁਬਾਰੇ ਲਾਗੂ ਕਰ ਲਓ। ਔਰ ਹੁਣ ਜਿਹੜੇ ਖੇਤੀਬਾੜੀ ਦੇ ਫਾਇਦੇ 'ਚ ਖੇਤੀਬਾੜੀ ਮੰਤਰੀ ਨੇ ਆਪ ਮੰਨ ਲਿਆ ਵੀ ਟ੍ਰੇਡ ਐਂਡ ਕਮਰਸ ਦੇ ਥੱਲੇ ਬਣਾਏ ਆ। ਪਹਿਲਾਂ ਤੁਸੀਂ ਕਹਿੰਦੇ ਖੇਤੀਬਾੜੀ ਲਈ ਬਣਾਏ ਆ, ਹੁਣ ਤੁਸੀਂ ਕਹਿੰਦੇ ਟ੍ਰੇਡ ਐਂਡ ਕਮਰਸ ਲਈ ਬਣਾਏ ਆ।
ਤਾਂ ਫਿਰ ਕੀ ਫਾਇਦਾ ਹੋਇਆ ਕਿਸਾਨ ਨੂੰ ਇਸ ਚੀਜ਼ ਦਾ? ਨਹੀਂ ਸਰ, ਇਹ ਤਾਂ ਇੰਡਸਟਰੀਅਲਿਸਟਾਂ ਨੇ ਬਣਾਈ ਹੈ। ਨਹੀਂ ਬਰਾੜ ਸਾਹਿਬ ਦੇਖੋ, ਇੱਕ ਸਵਾਲ ਤਾਂ ਅਕਾਲੀ ਦਲ ਨੂੰ ਵੀ ਲੋਕ ਪੁੱਛ ਰਹੇ ਨੇ ਨਾ ਕਿ ਵੱਡੇ ਬਾਦਲ ਸਾਹਿਬ ਜਾਂ ਸੁਖਬੀਰ ਸਿੰਘ ਬਾਦਲ ਜੀ ਤੁਹਾਡੇ ਪ੍ਰਧਾਨ ਨੇ ਪਾਰਟੀ ਦੇ, ਕਿਉਂ ਜਾ ਕੇ ਪ੍ਰਧਾਨ ਮੰਤਰੀ ਦੇ ਨਾਲ ਸਿੱਧੀ ਗੱਲ ਨਹੀਂ ਕਰਦੇ ਕਿ ਤੁਸੀਂ ਵੀ ਮਿਲਣ ਦਾ ਸਮਾਂ ਮੰਗ ਲਓ? ਸਰ ਐਮਪੀ ਤਾਂ ਹੈਗੇ ਹੀ ਹੋ, ਪਾਰਟੀ ਦੇ ਪ੍ਰਧਾਨ ਨੂੰ ਕਿ ਵੱਡੇ ਬਾਦਲ ਸਾਹਿਬ ਲਗਾਤਾਰ ਲੋਕ ਜ਼ਿਕਰ ਕਰ ਰਹੇ ਨੇ, ਜਾਨੀ ਸਾਹਿਬ ਨੇ ਜ਼ਿਕਰ ਕੀਤਾ ਸੀ ਕਿ ਵੱਡੇ ਬਾਦਲ ਸਾਹਿਬ ਜੀ ਮੈਂ ਜਵਾਬ ਅੱਗੇ ਆਉਣਾ ਦੇਣਾ, ਚਾਹੀਦਾ। ਇੱਕ ਮਿੰਟ ਸੁਣ ਲਿਓ ਜੀ ਜੀ, ਇੰਟਰਪਟ ਨਾ ਕਰਿਓ, ਪੂਰਾ ਸੁਣ ਲਿਓ, ਮੇਰੀ ਬੇਨਤੀ ਹੈ। ਜੇ ਸੈਕਰੀਫਾਈ ਕਿਸੇ ਪਾਰਟੀ ਨੇ ਕੀਤਾ ਤਾਂ ਸਿਰਫ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ। ਜੇ ਉਹਨਾਂ ਨੇ ਸਾਡੀ ਨਹੀਂ ਮੰਨੀ, ਸਭ ਤੋਂ ਪਹਿਲਾਂ ਅਸੀਂ ਵਿਰੁੱਧ ਵੋਟ ਪਾਈ, ਸਰਕਾਰ ਛੱਡੀ, ਤੇ ਫਿਰ ਅਸੀਂ ਆਪਦਾ ਗੱਠਜੋੜ ਵੀ ਛੱਡਿਆ। ਜੇ ਉਹਨਾਂ ਨੂੰ ਇੰਨੀ ਕੁ ਬਾਦਲ ਸਾਹਿਬ ਦੇ ਬੈਠਿਆਂ ਦੀ ਜਾਂ ਸਾਡੇ ਕਹੇ ਦੀ ਤੁਸੀਂ ਅੰਦਾਜ਼ਾ ਲਾਓ, ਅਸੀਂ ਪਹਿਲਾਂ ਵੀ ਕੋਸ਼ਿਸ਼ ਕੀਤੀ, ਜਦੋਂ ਲੋਕ ਸਭਾ ਦੇ ਵਿੱਚ ਬਿੱਲ ਆਇਆ ਬਾਦਲ ਸਾਹਿਬ ਨੇ ਉਦੋਂ ਵੀ ਕੋਸ਼ਿਸ਼ ਕੀਤੀ ਕਿ ਤੁਸੀਂ ਸਾਨੂੰ ਲਿਖਤੀ ਇੰਸ਼ੋਰੈਂਸ ਦਿੱਤੀ ਸੀ, ਸਾਨੂੰ ਸਾਰਿਆਂ ਨੂੰ ਡਿਫੈਂਡ ਕਰਨ ਤੇ ਲਾ ਰੱਖਿਆ ਸੀ, ਅੱਜ ਕਿਉਂ ਨਹੀਂ ਅਮੈਂਡਮੈਂਟ ਕਰਦੇ ਐਕਟ ਦੇ ਵਿੱਚ, ਐਕਟ ਬਣਨ ਵੇਲੇ? ਤਾਂ ਇਹ ਸਾਫ਼ ਮੁੱਕਰ ਗਏ। ਮੈਂ ਸਮਝਦਾ ਕਿ ਬੜਾ ਵੱਡਾ ਇੱਕ ਧੋਖਾ ਕੀਤਾ, ਲਿਖਤੀ ਦੇ ਕੇ ਵੀ ਉਸ ਤੋਂ ਬਾਅਦ ਵੀ ਧੋਖਾ ਕੀਤਾ। ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਇਸ ਹੱਠ ਧਰਮੀ ਦੇ ਵਿੱਚ ਮੋਦੀ ਸਾਹਿਬ ਮੁੜਨ ਲਈ ਤਿਆਰ ਹੈ, ਸੰਘਰਸ਼ ਨਾਲ ਹੀ ਮੁੜ ਸਕਦੇ ਆ। ਔਰ ਮੈਂ ਇੱਕ ਗੱਲ ਕਹੂੰਗਾ, ਅਸੀਂ ਤਾਂ ਬੇਨਤੀ ਕਰ ਸਕਦੇ ਹਾਂ, ਨੰਗੇ ਪੈਰੀ ਵੀ ਚੱਲ ਕੇ ਜਾ ਸਕਦੇ ਹਾਂ ਅਗਰ ਉਹ ਵਾਪਸ ਲੈ ਲੈਣਗੇ ਤਾਂ। ਪਰ ਇਹ ਜਿਹੜੀ ਮੋਦੀ ਸਾਹਿਬ ਨੇ ਹੱਠ ਧਰਮੀ ਧਾਰੀ ਹੋਈ ਹੈ, ਮੇਰਾ ਖਿਆਲ ਹੈ ਕਿ ਇਸ ਕਦਮ ਜਿੱਥੋਂ ਤੱਕ ਸੰਘਰਸ਼ ਵੱਧ ਗਿਆ, ਇਹ ਅਸੀਂ ਤਾਂ ਪਦਮ ਵਿਭੂਸ਼ਣ ਵਾਪਸ ਕਰਤਾ, ਲਹੂ ਨਾਲ ਭਿੱਜੀਆਂ ਚਿੱਠੀਆਂ ਲਿਖਤੀਆਂ। ਜੇ ਕੋਈ ਮਾੜੀ ਮੋਟੀ ਗਰੀਮਾ ਰੱਖਣੀ ਹੁੰਦੀ, ਠੀਕ ਹੈ, ਉਮਰ ਦਾ ਤਕਾਜ਼ਾ ਰੱਖਣਾ ਹੁੰਦਾ, ਗੱਠਜੋੜ ਦਾ ਰੱਖਣਾ ਹੁੰਦਾ, ਤੇ ਵਾਪਸ ਲੈ ਲੈਂਦੇ। ਠੀਕ ਹੈ ਗਰੇਵਾਲ ਜੀ, ਮੇਰੇ ਕੋਲ ਸਮਾਂ ਬਹੁਤ ਪੂਰਾ ਹੁਣ। ਗਰੇਵਾਲ ਸਾਹਿਬ ਦੇਖੋ, ਜਥੇਬੰਦੀਆਂ ਨੇ ਜੇ ਫੈਸਲਾ ਜੋ ਕੀਤਾ ਉਹ ਸਰਕਾਰ ਮੰਨੇਗੀ। ਹਾਂਜੀ, ਤੁਸੀਂ ਤਾਂ ਵਿਗਿਆਨ ਭਵਨ ਲਿਖ ਕੇ ਭੇਜ ਦਿੱਤਾ, ਉਹ ਵੀ ਰਹਿਣ ਦਿੰਦੇ ਸਰ, ਉਹਨਾਂ ਨੂੰ ਡਿਸਾਈਡ ਕਰ ਲੈਣ ਦੇ ਥਾਂ ਵੀ। ਜੇ ਸਿੰਘੂ ਬਾਰਡਰ ਤੇ ਮੀਟਿੰਗ ਰੱਖ ਲਈ ਤਾਂ ਖੇਤੀਬਾੜੀ ਮੰਤਰੀ ਪਹੁੰਚਣਗੇ। ਹਾਂ ਗਰੇਵਾਲ ਸਾਹਿਬ, ਇਸ ਤਰ੍ਹਾਂ ਮੈਂ ਗੌਰਵ ਜੀ ਤੁਹਾਨੂੰ ਇੱਕ ਗੱਲ ਕਹਿਣਾ ਕਿ ਤੁਸੀਂ ਜ਼ਿੰਮੇਦਾਰ ਪੱਤਰਕਾਰ ਹੋ, ਉੱਥੇ ਬਾਰਡਰ ਤੇ ਕੋਈ ਮੀਟਿੰਗ ਹੋ ਸਕਦੀ ਹੈ, ਤੇ ਇਸ ਲਈ ਇਦਾਂ ਦੀ ਗੱਲ ਨਾ ਕਰਿਆ ਕਰੋ। ਸਰਕਾਰ ਮੀਟਿੰਗ ਲਈ ਤਿਆਰ ਹੈ, ਦਿੱਲੀ ਦੇ ਕਿਸੇ ਵੀ ਹਿੱਸੇ 'ਚ ਮੀਟਿੰਗ ਰੱਖੀ ਜਾ ਸਕਦੀ ਹੈ ਜਿੱਥੇ ਇਹ ਚਾਹਣਗੇ। ਇਹਨਾਂ ਦੀ ਬਕਾਇਦਾ ਸਾਰੀ ਵਿਵਸਥਾ ਵੀ ਹੁੰਦੀ ਆ, ਸਰਕਾਰ ਵੀ ਕਿਸਾਨ ਦੀ ਆ, ਕਿਸਾਨ ਵੀ ਸਰਕਾਰ ਦੇ ਆ, ਕੋਈ ਆਪਸ ਝਗੜਾ ਨਹੀਂ ਹੈ। ਇਸ ਲਈ ਬੈਠ ਕੇ ਗੱਲ ਹੋਊਗੀ ਔਰ ਕਿਸਾਨਾਂ ਦੀ ਜਿਹੜੀ ਗੱਲ ਆ ਉਸ ਨੂੰ ਬਰਾਬਰ सम्मान ਦਿੱਤਾ ਜਾ ਰਿਹਾ ਭਾਰਤ ਸਰਕਾਰ ਦੀ ਤਰਫੋਂ ਔਰ ਨਰਿੰਦਰ ਮੋਦੀ ਜੀ ਦੀ ਤਰਫੋਂ, ਔਰ ਬਰਾਬਰ सम्मान ਦਿੱਤਾ ਵੀ ਜਾਊਗਾ। ਹੁਣ ਮੈਂ ਕਈ ਟਿੱਪਣੀਆਂ ਮੈਂ ਨਹੀਂ ਕਰਨਾ ਚਾਹੁੰਦਾ, ਇਸ ਕਰਕੇ ਮੈਂ ਉਹਦੇ ਤੇ ਨਹੀਂ ਬੋਲ ਰਿਹਾ। ਕਈ ਐਸੇ ਲੋਕਾਂ ਨੇ ਕੋਸ਼ਿਸ਼ ਕੀਤੀ ਉਹਦੇ 'ਚ ਘੁਸਣ ਦੀ। ਮੈਂ ਕਿਸਾਨ ਵੀਰਾਂ ਦਾ ਧੰਨਵਾਦੀ ਹਾਂ ਕਿ ਇਹਨਾਂ ਨੇ ਉਹਨਾਂ ਲੋਕਾਂ ਨੂੰ ਉਹਦੇ 'ਚ ਨਹੀਂ ਘੁਸਣ ਦਿੱਤਾ। ਈਵਨ ਕਾਂਗਰਸ ਦੇ ਐਮਪੀ ਵੀ ਕੋਸ਼ਿਸ਼ ਕਰਦੇ ਸੀ ਉੱਥੇ ਧਰਨੇ 'ਚ ਬੈਠਣ ਦੀ, ਇੰਟਰਫੇਅਰ ਕਰਨ ਦੀ, ਇਹਨਾਂ ਨੇ ਉਹਨਾਂ ਨੂੰ ਵੀ ਹਟਾਤਾ ਤੇ ਬਾਕੀ ਰਾਜਨੀਤਿਕ ਦਲਾਂ ਨੂੰ ਵੀ ਹਟਾਇਆ। ਇਸ ਲਈ ਇਹਨਾਂ ਨੇ ਆਪਣਾ ਅੰਦੋਲਨ ਸ਼ਾਂਤਮਈ ਤੇ ਲੋਕਤਾਂਤਰਿਕ ਤਰੀਕੇ ਨਾਲ ਕੀਤਾ। ਇਹਨਾਂ ਦਾ ਬਹੁਤ-ਬਹੁਤ ਧੰਨਵਾਦ। ਤੇ ਬਾਕੀ ਵੀ ਲੋਕ ਜਿਹੜੇ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਅੰਦੋਲਨ ਨੂੰ ਕੈਪਚਰ ਕਰਨ ਦੀ ਕਰ ਰਹੇ ਆ, ਉਹਨਾਂ ਤੋਂ ਵੀ ਇਹ ਬਚਾਉਣਗੇ ਔਰ ਇਹ ਫੈਸਲਾ ਠੀਕ ਹੋਊਗਾ ਔਰ ਨਰਿੰਦਰ ਮੋਦੀ ਜੀ ਠੀਕ ਫੈਸਲਾ ਕਰਨਗੇ। ਬਿਲਕੁਲ ਸਰ, ਉਮੀਦ ਅਸੀਂ ਇਹੀ ਕਰ ਰਹੇ ਹਾਂ ਕਿ ਜਲਦ ਗੱਲਬਾਤ ਹੋਵੇ ਤੇ ਫੈਸਲਾ ਕੋਈ ਹੋਵੇ। ਦੇਖੋ ਤੁਸੀਂ ਜ਼ਿਕਰ ਕਰ ਦਿੱਤਾ ਕਿ ਮੈਂ ਐਸੀ ਗੱਲ ਨਾ ਕਰਾਂ। ਸਰ ਪੂਰਾ ਦਿਨ ਤੁਸੀਂ ਕਿਸਾਨਾਂ ਦੀਆਂ ਜਿਹੜੇ ਬਿਆਨ ਆ ਰਹੇ ਨੇ ਉਹ ਸੁਣੋ, ਉਸ ਦੇ ਵਿੱਚ ਉਹ ਇਹ ਕਹਿੰਦੇ ਨੇ ਕਿ ਠੀਕ ਹੈ ਤੁਸੀਂ ਟਾਈਮ ਨਹੀਂ ਲਿਖਿਆ, ਠੀਕ ਹੈ ਤੁਸੀਂ ਤਾਰੀਖ ਨਹੀਂ ਲਿਖੀ, ਤਾਂ ਹੁਣ ਸਾਹ ਵੀ ਸਾਡੀ। ਮੈਂ ਇਸ ਕਰਕੇ ਸਿੰਘੂ ਬਾਰਡਰ ਦਾ ਜ਼ਿਕਰ ਕੀਤਾ ਸੀ। ਇਹ ਸੋਸ਼ਲ ਮੀਡੀਆ ਤੋਂ ਲੈ ਕੇ ਜਿਹੜੇ ਬਿਆਨ ਆ ਰਹੇ ਨੇ ਕਿਸਾਨਾਂ ਦੇ ਜਾਂ ਕਿਸਾਨ ਆਗੂਆਂ ਦੇ, ਉਹ ਸਾਰੇ ਇਹੀ ਕਹਿੰਦੇ ਨੇ ਕਿ ਠੀਕ ਹੈ ਹੁਣ ਥਾਂ ਵੀ ਸਾਡੀ। ਮੈਂ ਇਸ ਕਰਕੇ ਸਵਾਲ ਤੁਹਾਨੂੰ ਪੁੱਛ ਲਿਆ ਕਿ ਜੇਕਰ ਉਹਨਾਂ ਨੇ ਥਾਂ ਵਾਲਾ ਰੱਖ ਦਿੱਤਾ ਵਿੱਚ ਪੁਆਇੰਟ ਤਾਂ ਫਿਰ ਕੀ ਹੋਊਗਾ? ਤੁਹਾਨੂੰ ਨਹੀਂ ਚੰਗਾ ਲੱਗਿਆ ਗੌਰਵ ਸ਼ੁਕਲਾ ਜਾਂ ਨਿਊਜ਼ 18 ਦਾ ਸਵਾਲ ਨਹੀਂ ਸੀ, ਕਦੇ ਵੀ ਇਸ ਤਰ੍ਹਾਂ ਦਾ ਜੋ ਅਸੀਂ ਸੁਣ ਰਹੇ ਹਾਂ ਉਹੀ ਸਵਾਲਾਂ 'ਚ ਪਰੋ ਕੇ ਮੈਂ ਤੁਹਾਡੇ ਸਾਹਮਣੇ ਰੱਖ ਦਿੰਦਾ। ਜਿਹੜੇ ਜ਼ਿੰਮੇਦਾਰ ਲੀਡਰ ਨੇ ਉਹ ਇਸ ਤਰ੍ਹਾਂ ਦੀ ਬਿਆਨਬਾਜ਼ੀ ਨਹੀਂ ਕਰਨਗੇ। ਉਹ ਉਹਨਾਂ ਨੂੰ ਵੀ ਪਤਾ ਕਿ ਬਹੁਤ ਸਾਰੇ ਕਾਰਨ ਹੁੰਦੇ ਆ। ਸਿੰਘੂ ਬਾਰਡਰ ਤੇ ਮੀਟਿੰਗ ਨਹੀਂ ਹੋ ਸਕਦੀ, ਤੁਸੀਂ ਸਪਸ਼ਟ ਕਹਿ ਰਹੇ ਹੋ ਕਿ ਸਿੰਘੂ ਬਾਰਡਰ ਤੇ ਤਾਂ ਮੀਟਿੰਗ ਨਹੀਂ ਹੋਏਗੀ, ਵਿਗਿਆਨ ਭਵਨ ਮੀਟਿੰਗ ਹੋਏਗੀ। ਹਾਂ, ਨਹੀਂ ਹੋ ਸਕਦੀ। ਠੀਕ ਹੈ, ਹਾਂਜੀ। ਸਾਡੇ ਨਾਲ ਰਜਿੰਦਰ ਜੀ ਨੇ। ਰਜਿੰਦਰ ਜੀ, ਇੱਕ ਆਖਰੀ ਕਮੈਂਟ ਹੁਣ ਮੈਂ ਤੁਹਾਡਾ ਚਾਹਾਂਗਾ। ਮੈਂ ਪੂਰੀ ਡਿਬੇਟ ਜਿਸ ਪੂਰੇ ਮੁੱਦੇ ਉੱਤੇ ਕੀਤੀ ਹੈ ਕਿ ਬਦਲ ਕੀ, ਤੁਹਾਨੂੰ ਬਦਲ ਕੋਈ ਨਜ਼ਰ ਆਉਂਦਾ ਹੈ ਕਿ ਜੇਕਰ ਸੂਬਾ ਸਰਕਾਰਾਂ ਨੂੰ ਵੱਧ ਅਧਿਕਾਰ ਦਿੱਤੇ ਜਾਂਦੇ ਨੇ? ਮੈਂ ਥੋੜਾ ਜਿਹਾ ਹੋਰ ਐਕਸਪਲੇਨ ਕਰਦਾ ਇਸ ਨੂੰ ਕਿ ਜੇ ਸੂਬਾ ਸਰਕਾਰ, ਜੇ ਸਰਕਾਰ ਕਹਿੰਦੀ ਕਿ ਠੀਕ ਹੈ ਅਸੀਂ ਰੱਦ ਨਹੀਂ ਕਰ ਰਹੇ, ਪਰ ਸਟੇਟ ਗਵਰਨਮੈਂਟ ਨੂੰ ਅਧਿਕਾਰ ਦਿੰਨੇ ਆ ਕਿ ਜੇਕਰ ਉਹ ਲਾਗੂ ਕਰਨਾ ਚਾਹੁੰਦੇ ਨੇ ਤਾਂ ਕਰਨ, ਜੇ ਨਹੀਂ ਕਰਨਾ ਚਾਹੁੰਦੇ ਤਾਂ ਨਾ ਕਰਨ, ਕਿ ਇਹ ਇੱਕ ਆਪਸ਼ਨ ਹੋ ਸਕਦੀ ਹੈ ਇਸ ਪੂਰੇ ਮਾਮਲੇ ਦੇ ਨਿਬੇੜੇ ਦੀ? ਰਜਿੰਦਰ ਜੀ। ਨਹੀਂ, ਇਸ ਤਰ੍ਹਾਂ ਕਿਸ ਤਰ੍ਹਾਂ ਹੋ ਸਕਦਾ ਜਦੋਂ ਕੇਂਦਰ ਸਰਕਾਰ ਨੂੰ ਖੇਤੀਬਾੜੀ ਬਾਰੇ ਕਾਨੂੰਨ ਬਣਾਉਣ ਦਾ ਅਧਿਕਾਰ ਹੀ ਨਹੀਂਗਾ। ਹੁਣ ਕੇਂਦਰ ਸਰਕਾਰ ਇਹ ਕਹਦੇ ਕਿ ਸੂਬੇ
ਇਸ ਕਾਨੂੰਨ ਨੂੰ ਲਾਗੂ ਕਰਨ ਜਾਂ ਨਾ ਲਾਗੂ ਕਰਨ, ਇਹਦੇ 'ਚ ਜੋ ਕਰਨਾ ਕਰ ਸਕਦੇ ਨੇ, ਪਰ ਕਾਨੂੰਨ ਰਹੂਗਾ। ਇਹਦਾ ਮਤਲਬ ਆ ਕਿ ਪ੍ਰਿੰਸੀਪਲੀ ਅਸੀਂ ਇਸ ਲੜਾਈ ਨੂੰ ਹਾਰ ਰਹੇ ਹੋਵਾਂਗੇ, ਕਿਉਂਕਿ ਅਸੀਂ ਇਹ ਮੰਨ ਰਹੇ ਹੋਵਾਂਗੇ ਕਿ ਖੇਤੀਬਾੜੀ ਬਾਰੇ ਕੇਂਦਰ ਨੂੰ ਹੁਣ ਕਾਨੂੰਨ ਬਣਾਉਣ ਦਾ ਅਧਿਕਾਰ ਮਿਲ ਗਿਆ। ਫਿਰ ਉਹ ਇੱਥੇ ਥੋੜਾ ਰੁਕੇਗੀ, ਫਿਰ ਤਾਂ ਹਰ ਸਾਲ ਖੇਤੀਬਾੜੀ ਬਾਰੇ ਕੋਈ ਨਵੇਂ ਤੋਂ ਨਵਾਂ ਕਾਨੂੰਨ ਆ ਜਾ ਕਰੂਗਾ ਤੇ ਅਸੀਂ ਹਰ ਸਾਲ ਐਵੇਂ ਸੜਕਾਂ 'ਤੇ ਰੁਲਦੇ ਰਵਾਂਗੇ। ਇਹ ਗੱਲ ਨਹੀਂ ਹੈਗੀ। ਕਾਨੂੰਨ ਇਹਨਾਂ ਨੂੰ ਜਿਹੜੇ ਰੱਦ ਕਰਨੇ ਪੈਣੇ ਆ। ਔਰ ਆਖਰੀ ਗੱਲ ਆ ਕਿ ਜਿਹੜੀ ਗਰੇਵਾਲ ਸਾਹਿਬ ਕਹਿੰਦੇ ਕਿ ਇਹਨਾਂ ਨੇ ਅੰਦੋਲਨ ਬਹੁਤ ਵਧੀਆ ਤਰੀਕੇ ਨਾਲ ਰੱਖਿਆ, ਬੀਜੇਪੀ ਦੇ ਇੱਕ ਗੱਲ ਨੂੰ ਦੇਖੋ, ਇਹ ਝੂਠ ਬੋਲਣ 'ਚ ਇੰਨੇ ਮਾਹਰ ਨੇ ਸਾਰੇ। ਹੁਣ ਤੋਮਰ ਸਾਹਿਬ ਦਿੱਲੀ 'ਚ ਕਹਿੰਦੇ ਕਿ ਕਾਨੂੰਨ 'ਚ ਗਲਤੀਆਂ ਨੇ, ਸੋਧਾਂ ਕਰਨ ਨੂੰ ਤਿਆਰ ਆ। ਦੂਜੇ ਸੂਬੇ ਜਾ ਕੇ ਕਹਿੰਦੇ ਕਾਨੂੰਨ ਬਿਲਕੁਲ ਠੀਕ ਆ। ਇਹ ਕਹਿੰਦੇ ਕਿ ਇਹਨਾਂ ਨੇ ਅੰਦੋਲਨ 'ਚ ਕਿਸੇ ਨੂੰ ਵੜਨ ਨਹੀਂ ਦਿੱਤਾ। ਇਹਨਾਂ ਦੀ ਪਾਰਟੀ ਦੇ ਲੀਡਰ ਕਦੇ ਖਾਲਿਸਤਾਨੀ ਕਹਿੰਦੇ ਨੇ, ਕਦੇ ਮਾਓਵਾਦੀ ਕਹਿੰਦੇ ਨੇ, ਕਦੀ ਕਹਿੰਦੇ ਵਿਦੇਸ਼ਾਂ ਤੋਂ ਫੰਡ ਆ ਰਿਹਾ। ਇਹਨਾਂ ਨੂੰ ਖੁਦ ਕਲੀਅਰ ਕਰ ਲੈਣਾ ਚਾਹੀਦਾ ਕਿ ਇਸ ਅੰਦੋਲਨ ਬਾਰੇ ਕੀ ਸਮਝ ਰੱਖਦੇ ਆ। ਇਹਨਾਂ ਦੀ ਸਾਰੀਆਂ ਥਿਊਰੀਜ਼ ਫੇਲ ਹੋ ਚੁੱਕੀਆਂ। ਚੰਗੀ ਗੱਲ ਇਹੀ ਹੋਊਗੀ ਕਿ ਲੋਕਾਂ ਦਾ ਤੇ ਲੋਕਤੰਤਰ ਦਾ ਸਨਮਾਨ ਕਰਨ ਔਰ ਲੋਕਾਂ ਦੀ ਮੰਗਾਂ ਤੇ ਫੌਰੀ ਕਾਨੂੰਨ ਇਹ ਜਿਹੜੇ ਰੱਦ ਕਰਨ। ਚਲੋ ਸ਼ੁਕਰੀਆ ਰਜਿੰਦਰ ਜੀ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਉਮੀਦ ਹੈ ਤੁਹਾਨੂੰ ਪੂਰਾ ਸਮਾਂ ਮਿਲਿਆ ਹੋਵੇਗਾ ਗੱਲਬਾਤ ਦਾ। ਤੁਸੀਂ ਸ਼ੁਰੂਆਤ ਦੇ ਵਿੱਚ ਨਾਰਾਜ਼ ਨਜ਼ਰ ਆ ਰਹੇ ਸੀ ਸਾਡੇ ਤੋਂ। ਖੈਰ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਗਰੇਵਾਲ ਸਾਹਿਬ ਤੁਹਾਡਾ ਵੀ, ਸਵੈਜ ਸਾਹਿਬ ਤੁਹਾਡਾ ਵੀ, ਬਰਾੜ ਸਾਹਿਬ ਤੁਹਾਡਾ ਵੀ ਧੰਨਵਾਦ। ਮਹਿਮਾਨਾਂ ਸਾਰਿਆਂ ਦਾ ਧੰਨਵਾਦ। ਇਸ ਪੂਰੀ ਚਰਚਾ ਦੇ ਦੌਰਾਨ ਇੱਕ ਪੁਆਇੰਟ ਬਹੁਤ ਕਲੀਅਰ ਨਿਕਲ ਕੇ ਸਾਹਮਣੇ ਆ ਰਿਹਾ ਹੈ, ਜੋ ਕਿਸਾਨ ਆਗੂ ਇਹ ਕਹਿੰਦੇ ਨਜ਼ਰ ਆਏ ਨੇ ਕਿ ਪ੍ਰਿੰਸੀਪਲ ਤੌਰ ਦੇ ਉੱਤੇ ਸਾਡੇ ਲਈ ਮੁਮਕਿਨ ਨਹੀਂ ਹੈ ਕਿ ਅਸੀਂ ਇਸ ਕਾਨੂੰਨ ਨੂੰ ਸੂਬਿਆਂ ਵਾਲੇ ਪਾਸੇ ਸੁੱਟ ਕੇ ਮੰਨ ਜਾਈਏ ਕਿ ਜੇਕਰ ਉਹ ਸੂਬਾ ਸਰਕਾਰ ਦੇ ਵੱਲ ਚਲੇ ਜਾਣ ਤਾਂ ਅਸੀਂ ਮੰਨ ਜਾਈਏ। ਯਾਨੀ ਕਿ ਇੱਕ ਸਟੈਂਡ ਤਾਂ ਬਹੁਤ ਕਲੀਅਰ ਹੈ ਕਿਸਾਨਾਂ ਦਾ ਕਿ ਕਾਨੂੰਨ ਰੱਦ ਹੋਣੇ ਚਾਹੀਦੇ ਨੇ। ਯਾਨੀ ਕਿ ਯੈਸ ਨੋ ਵਾਲੀ ਸਥਿਤੀ ਹੁਣ ਵੀ ਬਰਕਰਾਰ ਹੈ। ਤਾਂ ਜੇਕਰ ਯੈਸ ਨੋ ਵਾਲੀ ਸਥਿਤੀ ਬਰਕਰਾਰ ਹੈ ਤਾਂ ਫਿਰ ਅੱਗੇ ਗੱਲਬਾਤ ਕਿਵੇਂ ਵਧੇਗੀ, ਇਹ ਵੀ ਇੱਕ ਸਵਾਲ ਹੈ। ਪਰ ਉਮੀਦ ਕਰਦੇ ਹਾਂ ਕਿ ਅਗਲੇ 1-2 ਦਿਨਾਂ ਦੇ ਵਿੱਚ ਮੀਟਿੰਗ ਹੋਵੇ ਤੇ ਉਹ ਫਾਈਨਲ ਮੀਟਿੰਗ ਹੋਵੇ ਕਿ ਉਸ ਮੀਟਿੰਗ ਤੋਂ ਬਾਅਦ ਇਹ ਪੂਰੇ ਮਾਮਲੇ ਦਾ ਨਿਬੇੜਾ ਹੋ ਜਾਏ। ਦੋਨੋਂ ਧਿਰਾਂ ਜਿਹੜੇ ਆਪਣੇ ਸਟੈਂਡ ਦੇ ਉੱਤੇ ਅੜੀਆਂ ਹੋਈਆਂ ਨੇ ਉਹ ਕੋਈ ਨਾ ਕੋਈ ਵਿਚਾਲੇ ਦਾ ਰਾਹ ਜ਼ਰੂਰ ਕੱਢ ਲੈਣ। ਇਸ ਚਰਚਾ ਦੇ ਵਿੱਚ ਇੰਨਾ ਹੀ। ਮੈਂ ਛੋਟੇ ਜਿਹੇ ਬ੍ਰੇਕ ਲਈ ਰੁਕ ਰਿਹਾ, ਵਾਪਸ ਆਵਾਂਗੇ ਤੇ ਦੱਸਾਂਗੇ ਆਪਣੇ ਦਰਸ਼ਕਾਂ ਦੀ ਰਾਏ। ਤੇ ਹੁਣ ਵਾਰੀ ਹੈ ਸਾਡੇ ਅੱਜ ਦੇ ਸਵਾਲ ਦੀ, ਜੋ ਅਸੀਂ ਆਪਣੇ ਦਰਸ਼ਕਾਂ ਨੂੰ ਪੁੱਛਿਆ ਤੇ ਉਸ ਦੇ ਉੱਤੇ ਤੁਹਾਡੀ ਜੋ ਰਾਏ ਸਾਡੇ ਤੱਕ ਪਹੁੰਚੀ ਹੈ ਉਹ ਰਾਏ ਤੁਹਾਡੇ ਤੱਕ ਪਹੁੰਚਾਉਣ ਦੀ। ਅਸੀਂ ਅੱਜ ਸਵਾਲ ਜੋ ਪੁੱਛਿਆ ਪਹਿਲਾਂ ਉਹ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਅਸੀਂ ਸਵਾਲ ਪੁੱਛਿਆ ਸੀ ਕਿ ਸੂਬਿਆਂ ਨੂੰ ਵੱਧ ਅਧਿਕਾਰ ਦੇ ਕੇ ਕੀ ਮਸਲੇ ਦਾ ਨਿਬੇੜਾ ਹੋ ਸਕਦਾ ਹੈ ਕਿ ਜੇਕਰ ਸੂਬਾ ਸਰਕਾਰ ਦੇ ਉੱਤੇ ਛੱਡ ਦਿੱਤਾ ਜਾਵੇ ਕਿ ਜਿਹੜੇ ਨਵੇਂ ਕਾਨੂੰਨ ਨੇ ਉਹ ਲਾਗੂ ਕਰਨ ਜਾਂ ਨਾ ਕਰਨ, ਉਹਨਾਂ ਦੀ ਆਪਣੀ ਮਰਜ਼ੀ, ਤਾਂ ਕਿ ਇਹ ਇੱਕ ਪੂਰੇ ਮਸਲੇ ਦਾ ਹੱਲ ਹੋ ਸਕਦਾ ਹੈ, ਬਦਲ ਹੋ ਸਕਦਾ ਹੈ। ਤਾਂ ਇਸ ਦੇ ਉੱਤੇ ਭਰਪੂਰ ਹੁੰਗਾਰਾ ਸਾਡੇ ਦਰਸ਼ਕਾਂ ਨਾਲ ਸਾਨੂੰ ਮਿਲਿਆ ਤੇ ਤੁਹਾਡੀ ਜੋ ਰਾਏ ਹੈ ਹੁਣ ਉਹ ਤੁਹਾਡੀ ਟੀਵੀ ਸਕਰੀਨ ਦੇ ਉੱਤੇ 60% ਸਾਡੇ ਦਰਸ਼ਕਾਂ ਨੂੰ ਲੱਗਦਾ ਹੈ ਕਿ ਹਾਂ ਇਹ ਇੱਕ ਆਪਸ਼ਨ, ਇੱਕ ਬਦਲ ਹੋ ਸਕਦਾ ਹੈ, ਜਦਕਿ 40% ਨੂੰ ਅਜਿਹਾ ਨਹੀਂ ਲੱਗਦਾ। ਇਹ ਬਹੁਤ ਅਹਿਮ ਹੈ ਕਿ ਸਾਡੇ ਦਰਸ਼ਕਾਂ ਦੀ ਰਾਏ ਇਸ ਸਮੇਂ ਕੀ ਹੈ। ਦਰਸ਼ਕਾਂ ਨੂੰ ਲੱਗਦਾ ਹੈ ਕਿ ਹਾਂ ਕਿ ਸੂਬਾ ਜਿਹੜੀ ਸਰਕਾਰ ਹੈ ਉਸ ਨੂੰ ਅਧਿਕਾਰ ਦੇ ਦਿਓ, ਜ਼ਿਆਦਾ ਅਧਿਕਾਰ ਦੇ ਕੇ ਫਿਰ ਇਸ ਮਸਲੇ ਦਾ ਨਿਬੇੜਾ ਹੋ ਸਕਦਾ ਹੈ। ਤਾਂ ਇਹ ਇੱਕ ਆਪਸ਼ਨ ਜ਼ਰੂਰ ਬਣ ਸਕਦੀ ਹੈ ਇਸ ਪੂਰੇ ਮਸਲੇ ਨੂੰ ਹੱਲ ਕਰਨ ਦੀ, ਕਿਉਂਕਿ 60% ਸਾਡੇ ਦਰਸ਼ਕਾਂ ਨੂੰ ਲੱਗ ਰਿਹਾ ਕਿ ਹਾਂ ਇਹ ਇੱਕ ਪੂਰਾ ਆਪਸ਼ਨ, ਇੱਕ ਵਿਚਾਲੇ ਦਾ ਰਾਹ ਹੋ ਸਕਦਾ, ਜਦਕਿ 40% ਨੂੰ ਅਜਿਹਾ ਨਹੀਂ ਲੱਗਦਾ। ਤੇ ਸਾਡੀ ਦਰਸ਼ਕਾਂ ਦੀ ਰਾਏ ਜੋ ਅਸੀਂ ਤੁਹਾਡੇ ਤੱਕ ਪਹੁੰਚਾਈ ਹੈ। ਪ੍ਰਾਈਮ ਟਾਈਮ ਦੇ ਵਿੱਚ ਵੇਲਾ ਹੋ ਚੱਲਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਮੁਲਾਕਾਤ ਕੱਲ ਫਿਰ ਹੋਵੇਗੀ। ਕਿਸਾਨਾਂ ਦੇ ਮਸਲੇ ਦੇ ਉੱਤੇ ਅਸੀਂ ਲਗਾਤਾਰ ਚਰਚਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਤੁਸੀਂ ਸਾਨੂੰ ਸਾਡੇ ਸੋਸ਼ਲ ਮੀਡੀਆ ਦੇ ਜ਼ਰੀਏ ਵੀ ਆਪਣੀ ਫੀਡਬੈਕ ਜ਼ਰੂਰ ਭੇਜੋ ਕਿ ਆਖਿਰ ਕਿਹੋ ਜਿਹੇ ਇਸ ਸਮੇਂ ਕਿਸਾਨਾਂ ਨੂੰ ਲੈ ਕੇ ਮੁੱਦਿਆਂ ਦੇ ਉੱਤੇ ਤੁਸੀਂ ਗੱਲਬਾਤ ਚਾਹੁੰਦੇ ਹੋ ਤੇ ਕੀ ਕੁਝ ਪੂਰੀ ਤੁਹਾਡੀ ਰਾਏ ਹੈ ਇਹਨਾਂ ਮੁੱਦਿਆਂ ਨੂੰ ਲੈ ਕੇ। ਫਿਲਹਾਲ ਇਜਾਜ਼ਤ ਦਿਓ। ਧੰਨਵਾਦ।